1107 ਦੇ ਉੱਪਰ ਸੁਸ਼ੋਭਿਤ ਹੈ। ਉਸ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ 5 ਹਫ਼ਤੇ 5 ਕਲਾਸਾਂ ਤੋਂ ਕਰਦੇ ਆ ਰਹੇ ਹਾਂ। तो ਅੱਜ ਇਸਦੇ ਛੰਤ ਨੰਬਰ 9 ਤੇ 10 ਦੀ ਵਿਚਾਰ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ। ਕੱਲ ਜੇਠ ਅਤੇ ਹਾੜ ਦੇ ਮਹੀਨੇ ਵਾਲੇ ਜਿਹੜੇ ਸ਼ਬਦ ਹਨ ਉਹਨਾਂ ਦੀ ਵਿਚਾਰ ਹੋਈ ਸੀ। ਉਹ ਅੱਜ ਦਾ ਜੋ ਸ਼ਬਦ ਹੈ ਛੰਤ ਹੈ ਉਹ ਸਾਵਨ ਮਹੀਨੇ ਤੋਂ ਜੋ ਹੈ ਜ਼ਿਕਰ ਕਰਦਾ ਹੈ। ਉਹ ਆਓ ਪਹਿਲਾਂ ਇਸ ਦਾ ਪਾਠ ਕਰ ਲਈਏ। ਸਾਵਨ ਸਰਸ ਮਨਾ ਅਨ ਵਰਸੈ ਰੁੱਤ ਆਏ, ਮੈਂ ਮਨ ਤਨ ਛੋਹ ਭਾਵੈ ਫਿਰ ਪਰਦੇਸ ਸਿਧਾਏ। ਫਿਰ ਘਰ ਨਹੀਂ ਆਵੈ ਮਰੀਐ ਹਾਵੈ, ਦਾਮਨ ਚਮਕ ਡਰਾਏ। ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖ ਮਾਏ। ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨ ਸੁਖਾਵੇ। ਨਾਨਕ ਸਾ ਸੁਹਾਗਨ ਕੰਤੀ, ਫਿਰ ਕੈ ਅੰਕ ਸਮਾਵੇ। ਉਹ ਸਾਵਨ ਦੇ ਮਹੀਨੇ ਤੋਂ ਪਹਿਲਾਂ ਜਿਹੜੇ ਮਹੀਨੇ ਬੀਤਦੇ ਹਨ ਹਾੜ ਅਤੇ ਜੇਠ, ਇਹ ਦੋਨੋਂ ਹੀ ਮਹੀਨਿਆਂ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਆਲਾ ਦੁਆਲਾ ਸਾਰਾ ਗਰਮ, ਜ਼ਮੀਨ ਤਪਦੀ ਹੈ, ਵਨਸਪਤੀ ਦੇ ਵੀ ਫਲ ਬੂਟੇ ਵੀ ਸੁੱਕ ਜਾਂਦੇ ਹਨ, ਜ਼ਮੀਨ ਦਾ ਪਾਣੀ ਵੀ ਸੁੱਕ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਵੀ ਸ਼ਬਦ ਦੇ ਅੰਦਰ ਇਹ ਜ਼ਿਕਰ ਕੀਤਾ ਸੀ ਤੇ ਅਗਨ ਰਸ ਸੁਖ ਹੈ, ਮਰੀਆ ਧੁਖ ਹੈ, ਭੀ ਸੋ ਕਿਰਤ ਨਾ ਹਾਰੇ। ਤੇ ਅੱਗ ਵਰਗੀ ਗਰਮੀ ਪੈਂਦੀ ਹੈ ਜਿਹੜੀ ਜ਼ਮੀਨ ਦਾ ਪਾਣੀ ਸੋਖ ਲੈਂਦੀ ਹੈ, ਅਤੇ ਜਿਵੇਂ ਭੁੱਖਦੀ ਹੋਈ ਅੱਗ ਹੁੰਦੀ ਹੈ ਉਵੇਂ ਹੀ ਗਰਮੀ ਦੇ ਨਾਲ ਜੀਅ ਜੰਤ ਜਿਹੜੇ ਹਨ ਉਹ ਦੁਖੀ ਹੁੰਦੇ ਹਨ। ਪਰ ਸੂਰਜ ਨੇ ਜੋ ਆਪਣਾ ਕੰਮ ਕਰਨਾ ਹੁੰਦਾ ਹੈ ਉਹ ਕਰਦਾ ਹੀ ਰਹਿੰਦਾ ਹੈ। ਇਹ ਜੋ ਅੱਤ ਦੀ ਗਰਮੀ ਹੈ ਇਹਦਾ ਕੰਪੈਰੀਜ਼ਨ ਗੁਰੂ ਸਾਹਿਬ ਨੇ ਕੀਤਾ ਮਨ ਦੇ ਅੰਦਰ ਜੋ ਵਿਕਾਰਾਂ ਦੀ ਤਪਸ਼ ਹੈ। ਇਨਸਾਨ ਜਿਹੜੇ ਵਿਕਾਰੀ ਜੀਵ ਹਨ, ਜਿਨ੍ਹਾਂ ਦਾ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਨਹੀਂ ਹੈ, ਉਹਨਾਂ ਦੇ ਅੰਦਰ ਵੀ ਵਿਕਾਰਾਂ ਦੀ ਤਪਸ਼ ਉਹਨਾਂ ਦੇ ਅੰਦਰਲੇ ਨੂੰ ਸਾੜਦੀ ਹੈ। ਸੋ ਧਰਤੀ ਦੇ ਉੱਤੇ ਜੇਠ ਹਾੜ ਦੀ ਗਰਮੀ ਤੋਂ ਬਾਅਦ ਜਦੋਂ ਮੌਸਮ ਬਦਲਦਾ ਹੈ ਤੇ ਫਿਰ ਸਾਵਨ ਦਾ ਮਹੀਨਾ ਚੜ੍ਹਦਾ ਹੈ ਤਾਂ ਬਰਸਾਤ ਦਾ ਮੌਸਮ ਆ ਜਾਂਦਾ ਹੈ। ਸੋ ਗੁਰੂ ਸਾਹਿਬ ਨੇ ਉਸੇ ਦਾ ਹੀ ਜ਼ਿਕਰ ਕੀਤਾ ਹੈ ਕਿ ਸਾਵਨ ਸਰਸ ਮਨਾ ਘਨ ਵਰਸੈ ਰੁੱਤ ਆਏ। ਮਨਾ ਮਨ ਨੂੰ ਸੰਬੋਧਨ ਹੈ, ਹੇ ਮੇਰੇ ਮਨ। ਸਾਵਨ ਦੇ ਮਹੀਨੇ ਦੇ ਵਿੱਚ, ਸਾਵਣ ਦੇ ਨਾਣੇ ਨੂੰ ਸਿਹਾਰੀ ਹੈ, ਸਾਵਣ ਦੇ ਮਹੀਨੇ ਦੇ ਵਿੱਚ ਸਰਸ ਰਸ ਵਾਲਾ, ਸਰਸ ਰਸ ਦੇ ਸਮੇਤ ਰਸ ਵਾਲਾ ਹੋ ਜਾ। ਇਹ ਮੇਰੇ ਮਨ, ਸਾਵਨ ਦੇ ਮਹੀਨੇ 'ਚ ਤੂੰ ਵੀ ਰਸ ਵਾਲਾ ਹੋ ਜਾ। ਹੁਣ ਜਦ ਅੱਤ ਦੇ ਦਰਜੇ ਦੀ ਗਰਮੀ ਖਤਮ ਹੋ ਗਈ ਹੈ, ਉਸ ਤੋਂ ਬਾਅਦ ਬੱਦਲ ਆ ਗਏ ਨੇ, ਵਰਖਾ ਦੀ ਰੁੱਤ ਆ ਗਈ ਹੈ, ਤੇ ਹੁਣ ਜਦੋਂ ਬਾਰਿਸ਼ ਪੈਂਦੀ ਹੈ ਤਾਂ ਜਿਹੜੇ ਸੁੱਕੇ ਫਲ ਬੂਟੇ ਨੇ, ਘਾਹ ਹੈ, ਉਹ ਵੀ ਹਰਿਆਵਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਆਸੇ ਪਾਸੇ ਸਭ ਜਗ੍ਹਾ ਹੁਣ ਹੌਲੀ ਹੌਲੀ ਹਰਿਆਵਲ ਵਧਣੀ ਸ਼ੁਰੂ ਹੋ ਜਾਂਦੀ ਹੈ, ਮੌਸਮ ਸੁਹਾਵਣਾ ਹੋ ਜਾਂਦਾ ਹੈ। तो ऐसे सुहावने समय ਦੇ ਅੰਦਰ ਮਨ ਦੇ ਅੰਦਰ ਵੀ ਚਾਅ ਤੇ ਉਮਾ ਹੋਣਾ ਚਾਹੀਦਾ ਹੈ, ਮਨ ਦੇ ਅੰਦਰ ਵੀ ਖੁਸ਼ੀ ਦਾ ਅਹਿਸਾਸ ਆ ਜਾਣਾ ਚਾਹੀਦਾ ਹੈ। तो ਮਨ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਕਹਿ ਰਹੇ ਹਨ, ਸਾਵਨ ਸਰਸ ਮਨਾ, ਇਹ ਮੇਰੇ ਮਨ, ਸਾਵਨ ਦੇ ਮਹੀਨੇ ਦੇ ਵਿੱਚ ਤੂੰ ਵੀ ਰਸ ਵਾਲਾ ਹੋ ਜਾ, ਰਸ ਭਰਪੂਰ ਹੋ ਜਾ, ਤੂੰ ਵੀ ਉਮਾ ਦੇ ਵਿੱਚ ਆ ਜਾ। ਕਿਉਂਕਿ ਦੇਖ ਘਨ ਬੱਦਲ ਵਰਸ ਰਹੇ ਹਨ, ਬੱਦਲ ਵਰਸ ਰਹੇ ਹਨ, ਰੁੱਤ ਆਏ, ਵਰਸ਼ਾ ਦੀ ਰੁੱਤ ਆ ਗਈ ਹੈ। ਅਗਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੈਂ ਮਨ ਤਨ ਛੋਹ ਭਾਵੈ ਫਿਰ ਪਰਦੇਸ ਸਿਧਾਏ। ਪਰ ਇੱਕ ਕੰਟਰਾਸਟ ਦੀ ਸਿਚੁਏਸ਼ਨ ਗੁਰੂ ਸਾਹਿਬ ਸਾਹਮਣੇ ਰੱਖ ਰਹੇ ਹਨ
ਕਿ ਮੌਸਮ ਚਾਹੇ ਸੁਹਾਵਣਾ ਹੋ ਗਿਆ ਹੈ। ਆਮ ਲੋਕਾਈ ਬਹੁਤੇ ਲੋਕ ਇਸ ਬਾਰਿਸ਼ ਦੇ ਮਾਹੌਲ ਨੂੰ ਇੰਜੋਏ ਕਰ ਰਹੇ ਹਨ। ਬੱਚੇ ਤਾਂ ਬਰਸਾਤ ਵਿੱਚ ਨਹਾ ਕੇ ਵੀ ਬੜਾ ਸਵਾਦ ਲੈਂਦੇ ਹਨ, ਆਨੰਦ ਲੈਂਦੇ ਹਨ। ਵੱਡੀ ਉਮਰ ਵਾਲਿਆਂ ਨੂੰ ਬੜੀ ਰਿਲੀਫ, ਤਸੱਲੀ ਮਹਿਸੂਸ ਹੁੰਦੀ ਹੈ ਕਿ ਚਲੋ ਅੱਤ ਦਰਜੇ ਦੀ ਗਰਮੀ ਤੋਂ ਛੁਟਕਾਰਾ ਮਿਲ ਗਿਆ। ਭਾਵੇਂ ਆਉਣ ਜਾਣ ਦੇ ਵਿੱਚ ਥੋੜ੍ਹੀ ਬਹੁਤੀ ਦਿੱਕਤਾਂ ਆਉਂਦੀਆਂ ਹਨ, ਘਰਾਂ ਦੇ ਵਿੱਚ ਵੀ ਲੋਕਾਂ ਨੂੰ ਆਪਣਾ ਸਮਾਨ ਦੀ ਸੰਭਾਲ, ਕੱਪੜਿਆਂ ਦੀ ਸੰਭਾਲ ਕਰਨੀ ਪੈਂਦੀ ਹੈ। ਵੀ ਬਾਰਿਸ਼ 'ਚ ਚੀਜ਼ਾਂ ਭਿੱਜ ਨਾ ਜਾਣ। ਜਿਨ੍ਹਾਂ ਵਿਚਾਰਿਆਂ ਦੇ ਘਰਾਂ ਦੀਆਂ ਛੱਤਾਂ ਕਮਜ਼ੋਰ ਹੁੰਦੀਆਂ ਨੇ, ਕਈਆਂ ਦੀ ਛੱਤਾਂ ਚੋਣ ਲੱਗ ਪੈਂਦੀਆਂ ਨੇ, ਉਹ ਰਿਪੇਅਰ ਕਰਨੀਆਂ ਪੈਂਦੀਆਂ ਨੇ। ਪਰ ਇਹ ਛੋਟੀਆਂ-ਮੋਟੀਆਂ ਦਿੱਕਤਾਂ ਨੂੰ ਲੋਕੀ ਇਗਨੋਰ ਕਰਕੇ ਇਸ ਸੁਹਾਵਣੇ ਮੌਸਮ ਨੂੰ ਇੰਜੋਏ ਕਰਦੇ ਨੇ, ਇਹਦਾ ਆਨੰਦ ਮਾਣਦੇ ਨੇ। ਪਰ ਇਸ ਸਭ ਕੁਝ ਦੇ ਉਲਟ ਕੁਝ ਲੋਕ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਸੁਹਾਵਣਾ ਮੌਸਮ ਜਿਹੜਾ ਹੈ, ਮਨ ਦੇ ਵਿੱਚ ਇੱਕ ਪੀੜਾ, ਇੱਕ ਦਰਦ ਪੈਦਾ ਕਰਦਾ ਹੈ। ਉਹ ਕਿਹਨਾਂ ਨੂੰ ਹੁੰਦੀ ਹੈ ਇਹ ਦਰਦ? ਪੁਰਾਣੇ ਜ਼ਮਾਨੇ ਦੇ ਜਿਸ ਜ਼ਮਾਨੇ 'ਚ ਇਹ ਬਾਣੀ ਦੀ ਰਚਨਾ ਕੀਤੀ ਗਈ, ਉਸ ਵਕਤ ਦੇ ਸਮਾਜ ਦੇ ਅੰਦਰ ਆਮ ਤੌਰ ਤੇ ਜਿਹੜਾ ਸਾਉਣ ਦਾ ਮਹੀਨਾ, ਬਰਸਾਤ ਦੀ ਰੁੱਤ ਜਿਹੜੀ ਹੈ, ਇਹ ਭਾਰਤੀ ਸਮਾਜ ਦੇ ਅੰਦਰ ਵਿਆਹਤਾ ਇਸਤਰੀਆਂ ਦੇ ਵਾਸਤੇ ਬੜਾ ਆਨੰਦਮਈ ਸਮਾਂ ਹੁੰਦਾ ਸੀਗਾ। ਇਹ ਐਸਾ ਸਮਾਂ ਹੁੰਦਾ ਸੀ ਜਦੋਂ ਉਹਨਾਂ ਦੇ ਪਤੀ ਬਹੁਤਾ ਟਾਈਮ ਘਰ ਦੇ ਵਿੱਚ ਬਿਤਾਉਂਦੇ ਸਨ। ਬਾਕੀ ਦੇ ਜਿੰਨੇ ਮਹੀਨੇ ਸੀ, ਆਦਮੀ ਲੋਕ ਕੰਮਾਂ ਕਾਰਾਂ 'ਚ ਬਿਜ਼ੀ, ਜਿਹੜੇ ਬਾਹਰ ਵਪਾਰ ਕਰਨ ਵਾਲੇ ਸਨ, ਉਹ ਘਰੋਂ ਬਾਹਰ ਦੂਜੇ ਸ਼ਹਿਰਾਂ ਨੂੰ ਚਲੇ ਜਾਂਦੇ ਸਨ। ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਸਨ, ਉਹ ਵੀ ਸਾਰਾ ਦਿਨ ਖੇਤਾਂ 'ਚ ਬਿਤਾਉਂਦੇ ਸਨ, ਬਹੁਤਾ ਟਾਈਮ ਖੇਤਾਂ ਦੇ ਵਿੱਚ ਬੀਤਦਾ ਸੀ। ਕਈਆਂ ਨੂੰ ਰਾਤ ਦੇ ਨੂੰ ਵੀ ਰਾਖੀ ਕਰਨ ਵਾਸਤੇ ਜਾਗਣਾ ਪੈਂਦਾ ਸੀ। ਕਈਆਂ ਨੂੰ ਸਵੇਰੇ ਜਲਦੀ ਉੱਠ ਕੇ ਪਾਣੀ ਲਾਉਣ ਜਾਣਾ ਪੈਂਦਾ। ਤੋ ਖੇਤੀ ਦੇ ਵਾਲਿਆਂ ਨੂੰ ਤਾਂ ਵੈਸੇ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਤੋ ਘਰ ਨੂੰ ਸਮਾਂ ਉਹ ਲੋਕ ਘੱਟ ਦੇ ਸਕਦੇ ਹਨ। ਪਰ ਜਦੋਂ ਬਰਸਾਤ ਦੀ ਰੁੱਤ ਆਉਂਦੀ ਹੈ, ਹੁਣ ਵਰਦੀ ਹੋਈ ਬਾਰਿਸ਼ ਦੇ ਵਿੱਚ, ਤਾਂ ਖੇਤੀ ਵਾਲਾ ਬੰਦਾ ਵੀ ਬਹੁਤਾ ਟਾਈਮ ਖੇਤਾਂ ਦੇ ਵਿੱਚ ਨਹੀਂ ਬਿਤਾ ਸਕਦਾ। ਕੁਦਰਤੀ ਤੌਰ ਦੇ ਉੱਤੇ ਹੁਣ ਪਾਣੀ ਪੈ ਰਿਹਾ ਹੈ ਖੇਤੀ ਨੂੰ, ਤਾਂ ਉਹਦੇ ਵਿੱਚ ਉਸ ਵਕਤ, ਜਿਸ ਵਕਤ ਬਾਰਿਸ਼ ਹੋ ਰਹੀ ਹੈ, ਉਸ ਵਕਤ ਤਾਂ ਕਿਸਾਨ ਨੇ ਫਿਰ ਕੁਝ ਕਰਨਾ ਨਹੀਂ ਹੈ। ਬਾਅਦ ਵਿੱਚ ਭਾਵੇਂ ਫਿਰ ਉਸਨੇ ਖੇਤੀ ਦੀ ਸੰਭਾਲ ਕਰਨੀ ਹੋਵੇ, ਤਾਂ ਬਾਰਿਸ਼ ਦੇ ਮੌਸਮ ਦੇ ਵਿੱਚ ਉਹ ਸਮਾਂ ਉਹਨੂੰ ਘਰ ਹੀ ਬਿਤਾਉਣਾ ਪੈਂਦਾ ਹੈ। ਜਿਹੜੇ ਵਣਜ ਵਪਾਰ ਕਰਨ ਵਾਲੇ ਹਨ, ਉਹ ਵੀ ਬਰਸਾਤਾਂ ਦੇ ਵਿੱਚ ਫਿਰ ਆਪਣਾ ਸਫ਼ਰ ਘਟਾ ਦਿੰਦੇ ਹਨ, ਤੇ ਉਹਨਾਂ ਦਾ ਵੀ ਜ਼ਿਆਦਾ ਸਮਾਂ ਘਰਾਂ ਦੇ ਵਿੱਚ ਬੀਤਦਾ ਹੈ। ਪਰ ਜਿਹੜੇ ਦੂਰ ਕਿਤੇ ਵਿਦੇਸ਼ ਚਲੇ ਗਏ ਹਨ, ਬਹੁਤ ਦੁਰਾਡੇ ਸ਼ਹਿਰ ਵਿੱਚ ਚਲੇ ਗਏ ਹਨ, ਜਿਹੜੇ ਉਸ ਸਮੇਂ ਤੇ ਵਾਪਸ ਅਜੇ ਮੁੜੇ ਹੀ ਨਹੀਂ ਹਨ, ਤਾਂ ਉਹਨਾਂ ਇਸਤਰੀਆਂ ਨੂੰ ਫਿਰ ਮਨ ਦੇ ਅੰਦਰ ਕਸਕ ਪੈਦਾ ਹੁੰਦੀ ਹੈ, ਦਰਦ ਪੈਦਾ ਹੁੰਦੀ ਹੈ ਕਿ ਲੈ, ਸਾਰੀਆਂ ਸੁਹਾਗਣਾਂ ਦੇ ਪਤੀ ਉਹਨਾਂ ਦੇ ਨਾਲ ਹਨ, ਉਹ ਆਪਣੇ ਪਤੀ ਦੇ ਮਿਲਾਪ ਦਾ ਆਨੰਦ ਮਾਣ ਰਹੀਆਂ ਹਨ, ਤੇ ਮੈਂ ਇਕੱਲੀ, ਮੇਰਾ ਪਤੀ ਪ੍ਰਦੇਸ਼। ਉਹਨਾਂ ਲੋਕਾਂ ਨੂੰ ਇਹ ਸਾਉਣ ਦਾ ਮਹੀਨਾ ਜਿਹੜਾ ਸੁਹਾਵਣਾ ਹੈ, ਉਹ ਵੀ ਤੜਪਾਉਂਦਾ ਹੈ ਕਿ ਐਸੇ ਸੋਹਣੇ ਮੌਸਮ ਦੇ ਵਿੱਚ ਬਾਕੀ ਸਾਰਿਆਂ ਦੇ ਪਤੀ ਘਰ ਵਿੱਚ ਨੇ, ਮੇਰਾ ਪਤੀ ਪ੍ਰਦੇਸ਼ ਗਿਆ ਹੋਇਆ ਹੈ। ਤਾਂ ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਕਿਸੇ ਦੇ ਉੱਤੇ ਔਖਾ ਸਮਾਂ ਆਉਂਦਾ ਹੈ, ਕੋਈ ਦੁੱਖ ਦਾ ਸਮਾਂ ਆਉਂਦਾ ਹੈ, ਤਾਂ ਉਹ ਸਹਾਰ ਲੈਂਦਾ ਹੈ ਕਿ ਜੇ ਮੇਰੇ ਤੇ ਵੀ ਆਇਆ, ਦੂਜਿਆਂ ਤੇ ਵੀ ਆਇਆ। ਜਿਵੇਂ ਮਾਨੋ ਗਰਮੀ ਦਾ, ਅੱਤ ਦੀ ਗਰਮੀ ਦਾ ਮੌਸਮ ਹੈ, ਤਾਂ ਗਰਮੀ 'ਚ ਮੈਨੂੰ ਵੀ ਤਕਲੀਫ ਹੋ ਰਹੀ ਹੈ, ਮੇਰੇ ਗੁਆਂਢੀ ਨੂੰ ਵੀ ਤਕਲੀਫ ਹੋ ਰਹੀ ਹੈ, ਜਿਹੜੇ ਬਾਹਰ ਸੜਕ ਤੇ ਫਿਰ ਰਹੇ ਨੇ ਉਹਨਾਂ ਨੂੰ ਵੀ ਤਕਲੀਫ ਹੋ ਰਹੀ ਹੈ, ਵੀ ਸਾਰਿਆਂ ਨੂੰ ਦਿੱਕਤ ਹੋ ਰਹੀ ਹੈ, ਗਰਮੀ ਬਹੁਤ ਹੈ। ਤਾਂ ਅਸੀਂ ਆਪਣੇ ਮਨ ਨੂੰ ਸਮਝਾ ਲੈਂਦੇ ਹਾਂ ਵੀ ਠੀਕ ਹੈ, ਮੌਸਮ ਹੀ ਐਸਾ ਹੈ, ਸਹਾਰਨਾ ਹੀ ਪਏਗਾ। ਅਸੀਂ ਤਸੱਲੀ ਆਪਣੇ ਆਪ ਨੂੰ ਦੇ ਲੈਂਦੇ ਹਾਂ। ਪਰ ਤਕਲੀਫ ਉਦੋਂ ਵੱਧ ਜਾਂਦੀ ਹੈ, ਉਦੋਂ ਨਾ ਸਹਾਰਨਯੋਗ ਹੋ ਜਾਂਦੀ ਹੈ, ਜਦੋਂ ਬਾਕੀ ਸਾਰੇ ਤੇ ਸੌਖੇ ਨੇ, ਸਿਰਫ ਮੈਂ ਹੀ ਔਖਾ ਹਾਂ। ਹੁਣ ਬਾਕੀ ਸਾਰੇ ਤੇ ਬਰਸਾਤ ਦੀ ਰੁੱਤ ਇੰਜੋਏ ਕਰ ਰਹੇ ਨੇ, ਤੇ ਮੈਂ ਇਕੱਲਾ। ਤਾਂ ਫਿਰ ਦੂਜਿਆਂ ਦਾ ਸੁੱਖ ਦੇਖ ਕੇ ਆਪਣਾ ਦੁੱਖ ਜ਼ਿਆਦਾ ਵੱਡਾ ਹੋ ਜਾਂਦਾ ਹੈ। ਇਹ ਆਮ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ। ਕਹਿੰਦੇ ਹਨ ਕਿ ਬਈ ਬੰਦਾ ਦਫ਼ਤਰ 'ਚ ਬੜੀ ਮਿਹਨਤ ਨਾਲ ਕੰਮ ਕਰਦਾ ਹੈ, ਇਸ ਉਮੀਦ ਨਾਲ ਕਿ ਬਈ ਚਲੋ ਮਹੀਨਾ ਖਤਮ ਹੋਏਗਾ ਤੇ ਤਨਖਾਹ ਮਿਲੇਗੀ। ਆਸ-ਪਾਸ ਦੇ ਜਿਹੜੇ ਉਹਦੇ ਕੁਲੀਗ ਨੇ, ਹੋਰ ਦਫ਼ਤਰ ਦੇ ਸਾਥੀ ਨੇ, ਉਹ ਵੀ ਮਿਹਨਤ ਕਰਦੇ ਨੇ। ਉਹ ਦੇਖਦਾ ਵੀ ਉਹ ਵੀ ਮਿਹਨਤ ਨਾਲ ਕੰਮ ਕਰਦੇ ਨੇ, ਮੈਂ ਵੀ ਮਿਹਨਤ ਕਰ ਰਿਹਾ ਹਾਂ, ਉਹਨਾਂ ਨੂੰ ਵੀ ਤਨਖਾਹ ਮਿਲੇਗੀ, ਮੈਨੂੰ ਵੀ ਤਨਖਾਹ ਮਿਲੇਗੀ। ਪਰ ਜਦੋਂ ਮਹੀਨੇ ਦੇ ਐਂਡ ਦੇ ਉੱਤੇ ਪਤਾ ਲੱਗੇ ਕਿ ਮੈਨੂੰ 1000 ਰੁਪਇਆ ਮਿਲਿਆ ਹੈ, ਮੇਰੇ ਨਾਲ ਵਾਲੇ ਨੂੰ 1500 ਮਿਲ ਗਏ ਨੇ, ਤਾਂ ਉਹ ਸਾਰਾ ਮਜ਼ਾ ਹੀ ਕਿਰਕਿਰਾ ਹੋ ਜਾਂਦਾ ਹੈ। ਤੇ ਕੰਮ ਤੇ ਉਹਨੇ ਵੀ ਓਨਾ ਹੀ ਕੀਤਾ, ਮੈਂ ਵੀ ਓਨਾ ਕੀਤਾ, ਉਹਨੂੰ 1500 ਮਿਲੇ, ਮੈਨੂੰ 1000 ਮਿਲੇ। ਇਹ ਕਿਉਂ ਹੋ ਗਿਆ? ਉਹ ਜਿਹੜੇ 1000 ਮਿਲੇ ਦਾ
ਜਿਹੜਾ ਆਨੰਦ ਮਿਲਣਾ ਸੀ, ਖੁਸ਼ੀ ਮਿਲਣੀ ਸੀ, ਉਹ ਖੁਸ਼ੀ ਵੀ ਸਾਰੀ ਕਿਰਕਰੀ ਹੋ ਗਈ ਇਹ ਦੇਖ ਕੇ ਕਿ ਦੂਜੇ ਨੂੰ 1500 ਮਿਲ ਗਏ ਨੇ। ਤੋ ਦੂਜੇ ਨੂੰ ਸੁਖੀ ਦੇਖ ਕੇ ਦੁੱਖ ਜਿਹੜਾ ਹੈ ਉਹ ਜ਼ਿਆਦਾ ਵੱਡਾ ਲੱਗਣ ਲੱਗ ਪੈਂਦਾ ਹੈ। ਜੇ ਆਸ-ਪਾਸ ਵਾਲੇ ਵੀ ਦੁਖੀ ਨੇ, ਮੈਂ ਵੀ ਦੁਖੀ ਹਾਂ, ਫਿਰ ਅਸੀਂ ਆਪਣੇ ਮਨ ਨੂੰ ਸਮਝਾ ਲੈਂਦੇ ਹਾਂ। ਤੋ ਇਸ ਲਈ ਇਸ ਮੌਸਮ ਦੇ ਅੰਦਰ ਜਦੋਂ ਜਿਹੜੀਆਂ ਸੁਹਾਗਣਾਂ ਨੇ, ਉਹਨਾਂ ਦੇ ਪਤੀ ਜਿਨ੍ਹਾਂ ਦੇ ਘਰ ਨੇ, ਉਹ ਸਾਰੀਆਂ ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੀਆਂ ਨੇ, ਆਪਣੇ ਪਤੀ ਦਾ ਸਾਥ ਮਾਣ ਰਹੀਆਂ ਨੇ, ਖੁਸ਼ ਹੋ ਰਹੀਆਂ ਨੇ। ਤਾਂ ਜਿਸ ਜਿਸ ਇਸਤਰੀ ਦਾ ਪਤੀ ਪ੍ਰਦੇਸ ਗਿਆ ਹੋਇਆ ਹੈ, ਇੱਕ ਤੇ ਉਹਨੂੰ ਵਿਛੋੜੇ ਦੀ ਤਕਲੀਫ ਤਾਂ ਹੈ ਹੀ ਹੈ। ਉਦੋਂ ਵੱਡੀ ਤਕਲੀਫ ਇਹ ਹੈ ਕਿ ਦੂਜੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਵਿਛੋੜਾ ਨਹੀਂ ਹੈ, ਉਹਨਾਂ ਦੇ ਪਤੀ ਨਾਲ ਨੇ। ਇਹ ਦੋ ਚੀਜ਼ਾਂ ਮਿਲ ਕੇ ਉਹਨੂੰ ਜ਼ਿਆਦਾ ਵੱਡੀ ਤਕਲੀਫ ਹੋ ਜਾਂਦੀ ਹੈ। ਤੋ ਇਸ ਕਰਕੇ ਉਹਦੀ ਹਾਲਤ ਦਾ ਬਿਆਨ ਕਰਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਮਨ ਤਨ ਛੋਹ ਭਾਵੈ ਫਿਰ ਪਰਦੇਸ ਸਿਧਾਏ। ਤੇ ਪ੍ਰਦੇਸ ਗਏ ਪਤੀ ਦੀ ਯਾਦ ਜਿਹੜੀ ਹੈ ਉਹਨੂੰ ਦੇਖ ਕੇ, ਉਹਨੂੰ ਯਾਦ ਕਰ ਕਰਕੇ ਹੁਣ ਇਹ ਸਾਵਣ ਦਾ ਮਹੀਨਾ ਜਿਹੜਾ ਹੈ ਇਹ ਵੀ ਮੈਨੂੰ ਕੋਈ ਖੁਸ਼ੀ ਨਹੀਂ ਦੇ ਰਿਹਾ। ਫਿਰ ਘਰ ਨਹੀਂ ਆਵੈ ਮਰੀਏ ਹਾਵੈ ਦਾਮਨ ਚਮਕ ਡਰਾਏ। ਹੁਣ ਤਾਂ ਹਾਲਤ ਇਹ ਵੇ ਕਿ ਮੇਰਾ ਪਤੀ ਘਰ ਨਹੀਂ ਆਇਆ ਤੇ ਮੈਂ ਤਾਂ ਹੋਕੇ ਲੈ ਲੈ ਕੇ ਮਰ ਰਹੀ ਹਾਂ। ਮਰੀਏ ਹਾਵੈ, ਹਾਵੈ ਕਹਿੰਦੇ ਹਨ ਹੋਕੇ ਭਰਨਾ। ਜਦੋਂ ਬੰਦਾ ਬਹੁਤ ਹੀ ਇਕੱਲਾ ਬੈਠਾ ਉਦਾਸ ਹੁੰਦਾ ਹੈ, ਮਨ ਦੇ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ, ਤਾਂ ਫਿਰ ਅੰਦਰੋਂ ਉੱਚੇ ਸਾਹ, ਲੰਮੇ ਸਾਹ ਲੈਂਦਾ ਹੈ, ਹੋਕੇ ਭਰਦਾ ਹੈ। ਆਸ-ਪਾਸ ਦੇ ਲੋਕਾਂ ਦਾ ਧਿਆਨ ਧਰ ਕੇ ਬਹੁਤੀ ਉੱਚੀ ਆਪਣਾ ਰੋਣਾ ਰੋ ਕੇ ਵੀ ਨਹੀਂ ਦਿਖਾ ਸਕਦਾ, ਪਰ ਅੰਦਰਲਾ ਦੁੱਖ ਜਿਹੜਾ ਉਹ ਮੁੱਕਦਾ ਵੀ ਨਹੀਂ ਹੈ, ਤਾਂ ਫਿਰ ਉਹ ਆਪਣੇ ਅੰਦਰ ਹੀ ਆਪਣੇ ਹੋਕੇ ਭਰਦਾ ਹੈ। ਤੇ ਉਂਝ ਜੋ ਸਾਉਣ ਦੇ ਮਹੀਨੇ ਦੇ ਅੰਦਰ ਜਦੋਂ ਅਸਮਾਨ ਤੇ ਬਿਜਲੀ ਚਮਕਦੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਬਾਰਿਸ਼ ਦੀ ਉਡੀਕ ਹੁੰਦੀ ਹੈ, ਉਹ ਬਿਜਲੀ ਦੀ ਚਮਕ ਦੇਖ ਕੇ ਖੁਸ਼ ਹੁੰਦੇ ਹਨ, ਬਈ ਬਿਜਲੀ ਚਮਕੀ ਹੈ ਤੇ ਹੁਣ ਬੱਦਲ ਵੀ ਵਸਣਗੇ ਹੀ। ਤੇ ਉਹ ਬਾਰਿਸ਼ ਦੀ ਉਡੀਕ ਕਰ ਰਹੇ ਹੁੰਦੇ ਹਨ ਤੇ ਉਹਨਾਂ ਨੂੰ ਇਹ ਮਨ 'ਚ ਤਸੱਲੀ ਹੋ ਜਾਂਦੀ ਹੈ ਵੀ ਹੁਣ ਜ਼ਰੂਰ ਥੋੜੇ ਟਾਈਮ ਬਾਅਦ ਬਾਰਿਸ਼ ਪੈ ਜਾਏਗੀ ਤੇ ਅਸੀਂ ਇੰਜੋਏ ਹੀ ਕਰਾਂਗੇ, ਮੌਸਮ ਵਧੀਆ ਰਹੇਗਾ। ਪਰ ਇਹ ਜਿਹੜੀ ਵਿਚਾਰੀ ਇਕੱਲੀ ਬੈਠੀ ਹੋਕੇ ਭਰ ਰਹੀ ਹੈ, ਉਹਨੂੰ ਤਾਂ ਇਹ ਬਿਜਲੀ ਦੀ ਚਮਕ ਵੀ ਡਰਾਵਣੀ ਲੱਗਦੀ ਹੈ ਕਿ ਕਿਤੇ ਬਿਜਲੀ ਆ ਕੇ ਮੇਰੇ ਉੱਤੇ ਹੀ ਨਾ ਡਿੱਗ ਪਵੇ। ਉਹਦੇ ਮਨ 'ਚ ਪੁੱਠੇ-ਪੁੱਠੇ ਖਿਆਲ ਹੀ ਆਉਂਦੇ ਹਨ, ਫਿਰ ਖੁਸ਼ੀ ਦਾ ਖਿਆਲ ਮਨ 'ਚ ਆਉਂਦਾ ਹੀ ਨਹੀਂ ਹੈ। ਜਦੋਂ ਬੰਦਾ ਉਦਾਸ ਹੋਵੇ, ਦੁੱਖ ਦੀ ਅਵਸਥਾ ਵਿੱਚ ਹੋਵੇ, ਤਾਂ ਇੱਕੋ ਹੀ ਸਿਚੁਏਸ਼ਨ ਜਿਹੜੀ ਹੈ, ਉਹਨੂੰ ਦੁਖੀ ਕਰਦੀ ਹੈ। ਜਿਹੜੇ ਸੁਖੀ, ਖੁਸ਼ ਹੁੰਦੇ ਹਨ, ਉਹਨਾਂ ਦੇ ਮਨਾਂ ਦੇ ਵਿੱਚ ਖਿਆਲ ਵੀ ਖੁਸ਼ੀ ਵਾਲੇ ਜ਼ਿਆਦਾ ਆਉਂਦੇ ਹਨ। ਉਹ ਇੱਕੋ ਹੀ ਚੀਜ਼, ਇੱਕੋ ਹੀ ਇਵੈਂਟ ਜਿਹੜਾ ਹੈ, ਦੋ ਬੰਦਿਆਂ ਦੇ ਅੰਦਰ ਵੱਖੋ ਵੱਖਰੇ ਰਿਐਕਸ਼ਨ ਪੈਦਾ ਕਰਦਾ ਹੈ। ਜਿਹੜੇ ਜਿਨ੍ਹਾਂ ਦੇ ਮਨਾਂ 'ਚ ਖੁਸ਼ੀ ਹੈ, ਉਹ ਬਿਜਲੀ ਦੀ ਚਮਕ ਨੂੰ ਦੇਖ ਕੇ ਹੋਰ ਖੁਸ਼ ਹੁੰਦੇ ਹਨ। ਤੇ ਜਿਹਦੇ ਮਨ ਦੇ ਵਿੱਚ ਵਿਛੋੜੇ ਦਾ ਦੁੱਖ ਹੈ, ਉਹ ਬਿਜਲੀ ਦੀ ਚਮਕ ਨੂੰ ਦੇਖ ਕੇ ਵੀ ਉਹਦੇ ਅੰਦਰ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈ। ਫਿਰ ਘਰ ਨਹੀਂ ਆਵੈ ਮਰੀਏ ਹਾਵੈ। ਜਿੰਨਾ ਚਿਰ ਤੱਕ ਪਤੀ ਘਰ ਨਹੀਂ ਆਉਂਦਾ, ਮੈਂ ਹੋਕੇ ਨਾਲ ਮਰਦੀ ਜਾ ਰਹੀ ਹਾਂ ਤੇ ਮੈਨੂੰ ਤਾਂ ਬਿਜਲੀ ਦੀ ਚਮਕ ਜਿਹੜੀ ਹੈ ਉਹ ਸਗੋਂ ਹੋਰ ਡਰਾਉਂਦੀ ਹੈ ਕਿ ਬਿਜਲੀ ਦੀ ਚਮਕ ਕਿਤੇ ਬਿਜਲੀ ਮੇਰੇ ਉੱਤੇ ਹੀ ਨਾ ਡਿੱਗ ਪਵੇ, ਮੇਰੇ ਪਤੀ ਦੇ ਉੱਤੇ ਹੀ ਨਾ ਡਿੱਗ ਪਵੇ, ਜੇ ਉਹ ਰਾਹ 'ਚ ਆਉਂਦਾ ਪਿਆ ਹੋਵੇ ਕਿਤੇ ਉਹਦੇ ਉੱਤੇ ਨਾ ਬਿਜਲੀ ਪੈ ਜਾਵੇ। ਉਹ ਇਸ ਤਰ੍ਹਾਂ ਦੇ ਮਾੜੇ-ਮਾੜੇ ਖਿਆਲ ਜਿਹੜੇ ਹਨ ਮਨ ਦੇ ਵਿੱਚ ਪੈਦਾ ਹੋ ਜਾਂਦੇ ਹਨ। ਇਹ ਕਲਪਨਾ ਜਿਹੜਾ ਹੈ, ਮੌਸਮ ਜੋ ਭਾਵੇਂ ਖੁਸ਼ਗਵਾਰ ਹੈ, ਪਰ ਇਹ ਉਸ ਪਤੀ ਤੋਂ ਵਿਛੜੀ ਹੋਈ ਇਸਤਰੀ ਨੂੰ ਦੁਖੀ ਕਰਦਾ ਹੈ। ਤੋ ਇਸ ਅਵਸਥਾ ਨੂੰ ਗੁਰੂ ਸਾਹਿਬ ਨੇ ਕੰਪੇਅਰ ਕੀਤਾ ਹੈ ਉਸ ਇਨਸਾਨ ਦੇ ਨਾਲ, ਜਿਹੜਾ ਇਨਸਾਨ ਪ੍ਰਭੂ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ, ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਨਹੀਂ ਹੈ, ਜਿਹਨੇ ਪ੍ਰਭੂ ਨੂੰ ਵਿਸਾਰ ਛੱਡਿਆ ਹੈ। ਹਾਲਾਂਕਿ ਇਹ ਗੱਲ ਤਾਂ ਸਾਰੇ ਧਾਰਮਿਕ ਲਿਟਰੇਚਰ ਵਿੱਚ ਪੜ੍ਹਨ ਨੂੰ ਮਿਲਦਾ ਹੀ ਹੈ ਸਭ ਨੂੰ, ਸਭ ਇਹ ਗੱਲ ਕਰਦੇ ਹਨ ਕਿ ਪ੍ਰਭੂ ਪਰਮਾਤਮਾ ਹਰ ਘਟ-ਘਟ 'ਚ ਵਸਦਾ ਹੈ, ਹਰ ਜੀਵ ਦੇ ਅੰਦਰ ਪ੍ਰਭੂ ਦੀ ਹੋਂਦ ਹੈ। ਪਰ ਉਸ ਸਭ ਕੁਝ ਦੇ ਬਾਵਜੂਦ ਵੀ ਇਨਸਾਨ ਆਪਣੀ ਹਉਮੈ ਦਾ ਪਰਦਾ ਪਾ ਲੈਂਦਾ ਹੈ, ਜਿਹਦੇ ਕਰਕੇ ਉਹਨੂੰ ਪ੍ਰਭੂ ਦੀ ਹੋਂਦ ਦਾ ਅਹਿਸਾਸ ਨਹੀਂ ਹੁੰਦਾ। ਤੇ ਘਰ ਵਿੱਚ ਹੁੰਦਿਆਂ ਹੋਇਆਂ ਵੀ, ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਹੋਂਦ ਹੁੰਦਿਆਂ ਹੋਇਆਂ ਵੀ ਪਰਮਾਤਮਾ ਦੂਰ ਲੱਗਦਾ ਹੈ। ਪਰਮਾਤਮਾ ਦੀ ਯਾਦ ਹਿਰਦੇ 'ਚ ਨਹੀਂ ਹੁੰਦੀ। ਤੋ ਐਸੇ ਇਨਸਾਨ ਦੀ ਅਵਸਥਾ ਮਾਨੋ ਉਸ ਇਸਤਰੀ ਵਰਗੀ ਹੈ ਜਿਹਦਾ ਪਤੀ ਪਰਦੇਸ ਗਿਆ ਹੋਇਆ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਯਾਦ ਵਸੀ ਹੋਈ ਹੈ, ਜਿਨ੍ਹਾਂ ਦੇ ਸੁਰਤ ਦੇ ਅੰਦਰ ਪਰਮਾਤਮਾ ਦੇ ਗੁਣ ਵਸੇ ਹੋਏ ਹਨ, ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ,
ਉਹਨਾਂ ਦੀ ਅਵਸਥਾ ਮਾਨੋ ਐਸੀ ਇਸਤਰੀਆਂ ਦੀ ਵਰਗੀ ਹੈ ਜਿਨ੍ਹਾਂ ਦਾ ਪਤੀ ਘਰ ਆਇਆ ਹੋਇਆ ਹੈ ਤੇ ਉਹਨਾਂ ਨੂੰ ਉਹਦੇ ਸਾਥ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਪਰ ਜਿਹਦੇ ਹਿਰਦੇ ਵਿੱਚੋਂ ਪ੍ਰਭੂ ਦੀ ਯਾਦ ਭੁੱਲੀ ਹੋਈ ਹੈ, ਮਾਨੋ ਉਹਦਾ ਪਤੀ ਪ੍ਰਦੇਸ਼ ਵਿੱਚ ਹੈ, ਉਹ ਪਰਮਾਤਮਾ ਦੀ ਹੋਂਦ ਤੋਂ ਵੀ ਟੁੱਟੀ ਹੋਈ ਹੈ, ਅਪਿਜ ਹੈ। ਸੋ ਉਹਦੀ ਅਵਸਥਾ ਜਿਹੜੀ ਹੈ ਉਹ ਇਸ ਤਰੀਕੇ ਦੀ ਹੈ, ਫਿਰ ਘਰ ਨਹੀਂ ਆਵੇ, ਮਰੀਏ ਹਾਵੇ, ਦਾਮਨ ਚਮਕ ਡਰਾਏ, ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁੱਖ ਪਾਏ। ਇਹ ਮੇਰੀ ਮਾਂ, ਇਹ ਹੁਣ ਮੇਰੀ ਜਿਹੜੀ ਇਕੱਲੀ ਸੇਜ ਹੈ, ਸੇਜ ਤੇ ਮੈਂ ਇਕੱਲੀ ਪਤੀ ਤੋਂ ਬਿਨਾ, ਉਹ ਵੀ ਮੈਨੂੰ ਦੁਖਦਾਈ ਲੱਗਦੀ ਹੈ। ਖਰੀ ਦੁਹੇਲੀ ਬਹੁਤ ਹੀ ਦੁਖਦਾਈ ਲੱਗਦੀ ਹੈ। ਖਰੀ ਬਣੇ ਹੁੰਦੇ ਬਹੁਤ ਪੱਕੀ, ਖਰੀ ਦੁਹੇਲੀ ਦੁਖਦਾਈ, ਬਹੁਤ ਜ਼ਿਆਦਾ ਦੁਖਦਾਈ ਲੱਗਦੀ ਹੈ ਇਹ ਸੇਜ ਜਿਹੜੀ। ਉਹ ਸੇਜ ਜਿਹੜੀ ਪਤੀ ਦੇ ਸਾਥ ਦੇ ਨਾਲ ਆਰਾਮਦਾਇਕ ਮਹਿਸੂਸ ਹੁੰਦੀ ਹੈ, ਕੋਈ ਹੁਣ ਦੁਖਦਾਈ ਮਹਿਸੂਸ ਹੋ ਰਹੀ ਹੈ। ਨਾ ਉਸ ਨੂੰ ਨੀਂਦ ਆਉਂਦੀ ਹੈ, ਨਾ ਉਹਨੂੰ ਚੈਨ ਪੈਂਦਾ ਹੈ, ਕਦੀ ਇੱਕ ਪਾਸਾ ਮਾਰਦੀ ਹੈ, ਕਦੀ ਦੂਜੇ ਪਾਸੇ ਪਲਟਦੀ ਹੈ, ਤੇ ਅੱਖਾਂ 'ਚ ਨੀਂਦ ਨਹੀਂ ਹੈ। ਤੇ ਉਹ ਯਾਦ ਕਰ ਕਰਕੇ ਔਰ ਦੂਜਿਆਂ ਦੇ ਸੁੱਖ ਨੂੰ ਇਮੇਜਿਨ ਕਰ ਕਰਕੇ ਹੋਰ ਦੁਖੀ ਹੁੰਦੀ ਹੈ। ਉਹ ਇਹ ਜੋ ਵਿਛੋੜੇ ਦਾ ਦੁੱਖ ਹੈ, ਉਹ ਮਾਨੋ ਐਸਾ ਹੋ ਜਾਂਦਾ ਜਿਵੇਂ ਮੌਤ ਵਰਗਾ ਦੁੱਖ ਲੱਗਦਾ, ਜਿਵੇਂ ਮੌਤ ਸਾਹਮਣੇ ਨਜ਼ਰ ਆਉਂਦੀ ਹੋਵੇ। ਮਰਨ ਭਇਆ ਦੁੱਖ ਮਾਏ, ਇਹ ਜੋ ਪਤੀ ਦੇ ਵਿਛੋੜੇ ਦਾ ਦੁੱਖ ਹੈ, ਹੈ ਮੇਰੀ ਮਾਂ, ਇਹ ਮੈਨੂੰ ਮੌਤ ਵਰਗਾ ਲੱਗਦਾ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਪ੍ਰਭੂ ਪਰਮਾਤਮਾ ਤੋਂ ਵਿਛੜੇ ਹੋਏ ਜੀਵ ਹਨ, ਉਹਨਾਂ ਨੂੰ ਮਾਇਆ ਦੀ ਚਮਕ ਦਮਕ ਜਿਹੜੀ ਹੈ ਉਹਦੇ ਨਾਲ ਹੀ ਪਿਆਰ ਹੁੰਦਾ ਹੈ। ਪਰ ਉਸ ਮਾਇਆ ਦੇ ਸਾਧਨਾਂ ਨੂੰ ਇਕੱਠੇ ਕਰਨ ਵਿੱਚ, ਮਾਇਆ ਦੇ ਸਵਾਦਾਂ ਨੂੰ ਮਾਣਨ ਦੇ ਵਿੱਚ ਉਹਨਾਂ ਨੂੰ ਅਨੇਕਾਂ ਦੁਨਿਆਵੀ ਕਸ਼ਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਕਈ ਤਰ੍ਹਾਂ ਦੀ ਤਕਲੀਫਾਂ ਵੀ ਸਹਾਰਨੀਆਂ ਪੈਂਦੀਆਂ ਹਨ। ਤੇ ਇਹ ਜੋ ਕੁਝ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਸਭ ਕੁਝ ਪ੍ਰਾਪਤ ਹੁੰਦਾ ਵੀ ਨਹੀਂ ਹੈ। ਇਹ ਤਾਂ ਅਸੀਂ ਸਾਰੇ ਹੀ ਦੁਨੀਆਦਾਰ ਲੋਕ ਜਾਣਦੇ ਹੀ ਹਾਂ ਕਿ ਜੋ ਕੁਝ ਅਸੀਂ ਦੁਨਿਆਵੀ ਧਨ ਪਦਾਰਥ ਜਾਂ ਹੋਰ ਸਾਜ਼ੋ ਸਮਾਨ ਆਪਣੇ ਸੁੱਖ ਆਰਾਮ ਦਾ ਪ੍ਰਾਪਤ ਕਰਨਾ ਚਾਹੁੰਦੇ ਹਾਂ, ਹਰ ਚੀਜ਼ ਅਸੀਂ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ। ਕਈ ਕਈ ਕੰਮਾਂ ਦੇ ਵਿੱਚ ਅਸੀਂ ਫੇਲ ਵੀ ਹੋ ਜਾਂਦੇ ਹਾਂ, ਜੋ ਅਸੀਂ ਚਾਹੁੰਦੇ ਹਾਂ ਉਹਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਹੈ। ਤੇ ਜਿਹੜੀ ਚੀਜ਼ ਸਾਡੀ ਮਨ ਦੀ ਮਰਜ਼ੀ ਮੁਤਾਬਕ ਸਾਨੂੰ ਨਹੀਂ ਮਿਲਦੀ ਹੈ, ਉਹਦੇ ਨਾ ਮਿਲਣ ਦਾ ਫਿਰ ਮਨ ਦੇ ਵਿੱਚ ਦੁੱਖ ਰਹਿੰਦਾ ਹੈ, ਕਸਕ ਰਹਿੰਦੀ ਹੈ ਕਿ ਇਹ ਤੇ ਚਾਹੀਦਾ ਸੀ, ਮੈਨੂੰ ਮਿਲਿਆ ਨਹੀਂ, ਮੇਰੇ ਗੁਆਂਢੀ ਨੂੰ। ਔਰ ਜਦੋਂ ਦੂਜਿਆਂ ਨੂੰ ਮਿਲ ਜਾਏ ਤੇ ਆਪ ਨੂੰ ਨਾ ਮਿਲੇ ਤੇ ਉਹ ਦੁੱਖ ਹੋਰ ਵੱਡਾ ਹੋ ਜਾਂਦਾ ਹੈ। ਮੇਰੇ ਮਨ 'ਚ ਇੱਛਾ ਆਈ ਕਿ ਮੇਰੇ ਕੋਲ ਗੱਡੀ ਹੋਵੇ, ਮੈਂ ਆਪਣੇ ਵੱਲੋਂ ਪੈਸੇ ਇਕੱਠੇ ਕੀਤੇ, ਪਰ ਇੰਨੇ ਨਾ ਇਕੱਠੇ ਹੋ ਸਕੇ ਕਿ ਮੈਂ ਕਾਰ ਖਰੀਦ ਸਕਾਂ। ਫਿਰ ਮੈਂ ਟੂ ਵੀਲਰ ਨਾਲ ਹੀ ਗੁਜ਼ਾਰਾ ਕੀਤਾ, ਪਰ ਮੇਰੇ ਗੁਆਂਢੀ ਦੇ ਕੋਲ ਕਾਰ ਖੜੀ ਹੈ, ਉਹ ਮੈਨੂੰ ਜ਼ਿਆਦਾ ਦੁਖੀ ਕਰਦੀ ਹੈ ਕਿ ਉਹਦੇ ਕੋਲ ਕਾਰ ਹੈ ਤੇ ਮੇਰੇ ਕੋਲ ਸਕੂਟਰ ਹੈ। ਜੇ ਥੋੜਾ ਜਿਹਾ ਹਿੰਮਤ ਕਰਕੇ ਮੈਂ ਮੰਨ ਲਓ ਕਾਰ ਖਰੀਦ ਵੀ ਲਈ, ਸੈਕੰਡ ਹੈਂਡ ਲਈ, ਜਾਂ ਚਲੋ ਇੰਨੀ ਕੁ ਕੋਸ਼ਿਸ਼ ਕਰ ਲਈ ਕਿ ਮੈਂ ਇੱਕ ਕਾਰ ਖਰੀਦ ਲਈ ਛੋਟੀ, ਤੇ ਗੁਆਂਢੀ ਕੋਲ ਵੱਡੀ ਕਾਰ ਹੈ, ਉਹਨੇ ਫਿਰ ਮੈਨੂੰ ਦੁਖੀ ਕਰਨਾ ਹੈ ਕਿ ਉਹਦੇ ਕੋਲ ਤਾਂ ਵੱਡੀ ਹੈ, ਮੇਰੇ ਕੋਲ ਛੋਟੀ ਹੈ। ਸੋ ਜਿਹੜੀ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ, ਉਹ ਤਾਂ ਦੁਖੀ ਕਰਦੀ ਹੈ। ਪਰ ਜੋ ਦੂਜਿਆਂ ਦੀਆਂ ਇੱਛਾਵਾਂ, ਸਾਡੇ ਮਨ ਦੀ ਇੱਛਾਵਾਂ ਜਿਹੜੀਆਂ ਦੂਜਿਆਂ ਦੇ ਵਾਸਤੇ ਪੂਰੀਆਂ ਹੋਈਆਂ ਨਜ਼ਰ ਸਾਨੂੰ ਆਉਂਦੀਆਂ ਨੇ, ਉਹ ਸਾਨੂੰ ਹੋਰ ਦੁਖੀ ਕਰਦੀਆਂ ਨੇ। ਉਹ ਸੇਜ ਤੇ ਇਕੱਲੀ ਪਈ ਹੋਈ ਉਹ ਇਸਤਰੀ ਦੁਖੀ ਤਾਂ ਹੋ ਰਹੀ ਹੈ, ਆਪਣੇ ਇਕੱਲ ਕਰਕੇ ਪਰੇਸ਼ਾਨ ਹੈ, ਪਰ ਦੂਜੀਆਂ ਕਿਉਂਕਿ ਪਤੀ ਦਾ ਸਾਥ ਮਾਨ ਰਹੀਆਂ ਨੇ, ਉਹਨਾਂ ਦੇ ਪਤੀ ਘਰ ਨੇ, ਇਹ ਖਿਆਲ ਉਹਨੂੰ ਹੋਰ ਦੁਖੀ ਕਰਦਾ ਹੈ ਤੇ ਉਹਦੀ ਨੀਂਦ ਹਰਾਮ ਕਰ ਰਿਹਾ ਹੈ। ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਦੁੱਖਮय, ਮੌਤ ਵਰਗਾ ਦੁੱਖ ਇਹ ਉਹਨੂੰ ਹੁਣ ਬਣ ਗਿਆ ਹੈ ਉਹਦੇ ਵਾਸਤੇ। ਉਹ ਇਸ ਕਰਕੇ ਜਿਹੜੀ ਵੀ ਜੀਵ ਇਸਤਰੀ ਪ੍ਰਭੂ ਪਤੀ ਤੋਂ ਵਿਛੜੀ ਹੋਈ ਹੈ, ਉਹਦਾ ਜੀਵਨ ਜਿਹੜਾ ਹੈ ਦੁਖਮਈ ਹੀ ਰਹਿੰਦਾ ਹੈ। ਮਾਇਆ ਦੇ ਸਾਧਨਾਂ ਦੀ ਪ੍ਰਾਪਤੀ ਹੁੰਦੀ ਨਹੀਂ ਹੈ, ਉਹ ਵੀ ਚੀਜ਼ਾਂ ਤੰਗ ਕਰਦੀਆਂ ਹਨ ਤੇ ਸਬਰ ਸੰਤੋਖ ਅੰਦਰੋਂ ਉੱਡਿਆ ਹੁੰਦਾ ਹੈ, ਉਹ ਚੀਜ਼ਾਂ ਉਹ ਉਸ ਨੂੰ ਹੋਰ ਉਸ ਤੋਂ ਜ਼ਿਆਦਾ ਦੁਖੀ ਕਰਦਾ ਹੈ। ਸੋ ਇਸ ਕਰਕੇ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ ਕਿ ਹਰ ਬਿਨ ਨੀਂਦ ਭੂਖ ਕੋ ਕੈਸੀ, ਪਾਪੜ ਤਨ ਨਾ ਸੁਖਾਵੇ। ਜਿਵੇਂ ਹੁਣ ਜਿਸ ਇਸਤਰੀ ਦਾ ਪਤੀ ਪ੍ਰਦੇਸ਼ ਗਿਆ ਹੋਇਆ ਹੈ, ਉਹਦੀ ਨੀਂਦਰ ਤੇ ਭੁੱਖ ਸਭ ਉੱਡ ਜਾਂਦੀ ਹੈ, ਨਾ ਉਹਨੂੰ ਚੈਨ ਨਾਲ ਨੀਂਦ ਪੈਂਦੀ ਹੈ, ਨਾ ਉਹਦਾ ਦਿਲ ਕਰਦਾ ਹੈ ਚੰਗੇ ਭੋਜਨ ਖਾਣ ਦੇ ਉੱਤੇ, ਭੁੱਖ ਹੀ ਮਾਰੀ ਜਾਂਦੀ ਹੈ, ਚੰਗੇ ਕੱਪੜੇ ਪਾਉਣ ਨੂੰ ਵੀ ਦਿਲ ਨਹੀਂ ਕਰਦਾ। ਉਹ ਜੋ
ਸੋਹਣੇ ਕੱਪੜੇ ਜਾਂ ਸੌਫਟ ਕੱਪੜੇ ਜਿਹੜੇ ਤਨ ਨੂੰ ਸੁੱਖ ਦੇਣ ਵਾਲੇ ਜਾਂ ਜਿਹੜੇ ਲੋਕਾਂ ਨੂੰ ਦਿਖਾਉਣ ਵਾਸਤੇ ਚੰਗੇ ਵਧੀਆ ਡਿਜ਼ਾਈਨਦਾਰ ਕੱਪੜੇ ਬਣਾਏ ਹੋਏ ਹਨ, ਉਹ ਵੀ ਪਾਉਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਉਹਦਾ ਮਨ ਹੀ ਨਹੀਂ ਕਰਦਾ ਕਿ ਮੈਂ ਕਿਸੇ ਨਾਲ ਗੱਲ ਕਰਾਂ। ਇੱਕ ਚੰਗੇ ਸੋਹਣੇ ਕੱਪੜੇ ਪਾ ਕੇ ਦਿਖਾਣੇ ਕਿਹਨੂੰ ਹਨ। ਉਹ ਮਾਨੋ ਤਨ ਨੂੰ ਉਹ ਕੱਪੜੇ ਵੀ ਸੁਖਾਉਂਦੇ ਹੀ ਨਹੀਂ ਹਨ। ਉਹ ਪਾਏ ਹੋਏ ਕੱਪੜੇ ਜਿਹੜੇ ਹਨ ਉਹ ਵੀ ਤਨ ਨੂੰ ਔਖਾ ਕਰਦੇ ਹਨ ਕਿ ਵੀ ਇਹ ਕੱਪੜੇ ਨਹੀਂ ਪਾਉਣੇ। ਇਹ ਪਾ ਕੇ ਸਗੋਂ ਹੋਰ ਮਨ ਵਿੱਚ ਤਕਲੀਫ ਹੁੰਦੀ ਹੈ ਕਿ ਕੀ ਫਾਇਦਾ, ਕਿਹਨੂੰ ਦਿਖਾਣੇ ਹਨ, ਮੈਂ ਕਿਸੇ ਸਾਹਮਣੇ ਜਾਣ ਜੋਗੀ ਨਹੀਂ। ਉਹ ਹਰ ਦਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ। ਤੋ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾ ਨੀਂਦ ਚੰਗੀ, ਨਾ ਭੁੱਖ ਚੰਗੀ ਲੱਗਦੀ ਹੈ। ਸਰੀਰ ਦੇ ਉੱਤੇ ਪਾਇਆ ਚੰਗਾ ਕੱਪੜਾ ਵੀ ਕੋਈ ਸੁੱਖ ਨਹੀਂ ਦਿੰਦਾ। ਤੋ ਕੋਈ ਵੀ ਨਾ ਚੰਗਾ ਮੌਸਮ, ਨਾ ਚੰਗੇ ਸਾਧਨ, ਕੋਈ ਚੀਜ਼ ਵੀ ਉਹਦੇ ਮਨ ਨੂੰ ਚੈਨ ਨਹੀਂ ਦਿੰਦੀ। ਕੋਈ ਦਾ ਇਲਾਜ ਇਹਨਾਂ ਚੀਜ਼ਾਂ ਵਿੱਚ ਨਹੀਂ ਹੈ। ਨਾ ਚੰਗੇ ਮੌਸਮ ਵਿੱਚ ਇਲਾਜ ਹੈ, ਨਾ ਚੰਗੇ ਖਾਣ ਦੇ ਪਦਾਰਥਾਂ ਵਿੱਚ ਇਲਾਜ ਹੈ, ਨਾ ਆਰਾਮਦਾਇਕ ਸੇਜ ਦੇ ਵਿੱਚ ਇਲਾਜ ਹੈ, ਨਾ ਚੰਗੇ ਕੱਪੜਿਆਂ ਦੇ ਵਿੱਚ ਇਲਾਜ ਹੈ। ਇਹਦਾ ਇਲਾਜ ਤਾਂ ਹੈ ਮਿਲਾਪ ਦੇ ਅੰਦਰ। ਉਸ ਬਾਰੇ ਗੱਲ ਅਖੀਰਲੀ ਪੰਕਤੀ 'ਚ ਗੁਰੂ ਸਾਹਿਬ ਨੇ ਕੀਤੀ ਹੈ, ਨਾਨਕ ਸਾ ਸੁਹਾਗਨ ਕੰਤੀ ਫਿਰ ਕੈ ਅੰਕ ਸਮਾਵੇ। ਅਸਲ ਸੁਹਾਗਨ ਉਹੀ ਹੈ, ਚੰਗੇ ਭਾਗਾਂ ਵਾਲੀ ਉਹੀ ਜੀਵ ਇਸਤਰੀ ਹੈ ਜਿਹੜੇ ਪ੍ਰਭੂ ਦੇ ਯਾਦ ਦੇ ਵਿੱਚ ਲੀਨ ਰਹਿੰਦੀ ਹੈ, ਹਮੇਸ਼ਾ ਉਹਦੇ ਯਾਦ ਦੇ ਵਿੱਚ ਜੁੜੀ ਰਹਿੰਦੀ ਹੈ। ਉਹ ਹੀ ਸੁਹਾਗਨ ਗਿਣੀ ਜਾ ਸਕਦੀ ਹੈ, ਉਹ ਪਤੀ ਵਾਲੀ ਸੁਹਾਗਵੰਤੀ ਗਿਣੀ ਜਾ ਸਕਦੀ ਹੈ, ਜਿਹਦੇ ਪਤੀ ਜਿਹੜਾ ਹੈ ਉਹਦੇ ਨਾਲ ਹੋਵੇ। ਤੋ ਦੁਨਿਆਵੀ ਮਿਸਾਲ ਦੇ ਅੰਦਰ ਤਾਂ ਉਹ ਸੁਹਾਗਨ ਹੈ ਜਿਹਦਾ ਪਤੀ ਉਹਦੇ ਨਾਲ ਹੈ। ਤੇ ਇਸ परमात्मा और जीव स्त्री ਦੇ ਜੋ ਪ੍ਰਕਰਨ ਹੈ ਜਿਹਦੇ ਵਿੱਚ ਜਿਹਨੂੰ ਕੰਪੇਅਰ ਕਰਕੇ ਇਸ ਛੰਤ ਦੇ ਅੰਦਰ ਗੱਲ ਕੀਤੀ ਗਈ ਹੈ, ਤਾਂ ਉਹੀ ਜੀਵ ਇਸਤਰੀ ਸੁਹਾਗਨ ਹੈ, ਪਤੀ ਦੀ ਪਰਮੇਸ਼ਰ ਦੀ ਪਿਆਰੀ ਹੈ, ਜਿਹਦੇ ਮਨ ਦੇ ਅੰਦਰ ਹਮੇਸ਼ਾ ਪ੍ਰਭੂ ਦੀ ਯਾਦ ਬਣੀ ਰਹਿੰਦੀ ਹੈ। ਫਿਰ ਕਹ ਅੰਕ ਸਮਾਵੇ, ਅੰਕ ਸਮਾਵੇ ਤੋਂ ਭਾਵ ਇਹੀ ਹੈ ਜਿਹਨੂੰ ਹਮੇਸ਼ਾ ਪਤੀ ਦੀ ਗਲਵਕੜੀ ਮਿਲੀ ਰਹੇ। ਤੇ ਪਤੀ ਦੀ ਗਲਵਕੜੀ ਕਿਹਨੂੰ ਮਿਲੇਗੀ? ਜਿਹਦਾ ਪਤੀ ਜਿਹਦੇ ਹਿਰਦੇ ਦੇ ਅੰਦਰ ਪ੍ਰਭੂ ਦੀ ਯਾਦ ਹੋਏਗੀ। परमात्मा ਦਾ ਤਾਂ ਇਹ ਬਿਰਧ ਹੀ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਆਪਣੇ ਆਪ ਨੂੰ ਪ੍ਰਮਾਤਮਾ ਦੇ ਅੱਗੇ ਸਮਰਪਣ ਕਰ ਦੇਵੇ, ਪ੍ਰਮਾਤਮਾ ਉਹਨੂੰ ਕੰਠ ਨਾਲ ਲਗਾ ਹੀ ਲੈਂਦਾ, ਆਪਣੇ ਨਾਲ ਮੇਲ ਹੀ ਲੈਂਦਾ ਹੈ। ਉਹ ਸਮਰਪਣ ਕਰਨ ਦਾ ਤਰੀਕਾ ਕੀ ਹੈ? ਜੇ ਮਨ ਦੇ ਵਿੱਚ ਪ੍ਰਭੂ ਵਾਸਤੇ ਪਿਆਰ ਦੀ ਭਾਵਨਾ ਹੋਵੇ ਤਾਂ ਹੀ ਸਮਰਪਣ ਹੈ ਨਾ। ਜੇ ਮਨ ਦੇ ਵਿੱਚ ਪਿਆਰ ਦੀ ਭਾਵਨਾ ਹੋਵੇ ਮਾਇਆ ਵਾਸਤੇ, ਤਾਂ ਫਿਰ ਉਹ ਸਮਰਪਣ ਕਿਵੇਂ ਹੋਇਆ? ਫਿਰ ਤਾਂ ਸਿਰਫ ਦਿਖਾਵੇ ਦੇ ਵਾਸਤੇ ਤਾਂ ਅਸੀਂ ਕਈ ਜਿਹੜਾ ਲੋਕਾਂ ਨੂੰ ਭਰਮਾਉਣ ਵਾਸਤੇ ਜਿਹੜੇ ਦਿਖਾਵੇ ਦੇ ਭਗਤੀ ਦੇ ਕਰਮ ਕਰਦੇ ਹਾਂ, ਜਿਨ੍ਹਾਂ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ ਗੁਰਮਤਿ ਦੇ ਅੰਦਰ। ਅਸੀਂ ਲੋਕਾਂ ਦੇ ਨਾਲ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ ਭਾਵੇਂ ਕੋਈ ਪਾਠ ਕਰੀਏ, ਗੁਰਦੁਆਰੇ ਜਾ ਕੇ ਸੇਵਾ ਕਰੀਏ, ਦਾਨ ਪੁੰਨ ਕਰੀਏ, ਪਰ ਜੇ ਮਨ ਦੇ ਅੰਦਰ परमात्मा ਦੇ ਨਾਲ ਪਿਆਰ ਨਹੀਂ ਹੈ, ਤਾਂ ਇਹ ਬਾਹਰੋਂ ਕੀਤੇ ਹੋਏ ਕਰਮ ਸਿਰਫ ਦਿਖਾਵੇ ਦੇ ਕਰਮ ਬਣ ਕੇ ਰਹਿ ਜਾਂਦੇ ਹਨ। ਇਹੀ ਕਰਮ ਜੇ ਪਿਆਰ ਦੇ ਨਾਲ, ਪਿਆਰ ਦੀ ਭਾਵਨਾ ਦੇ ਨਾਲ ਕੀਤੇ ਜਾਣ, ਤਾਂ ਉਹ ਪ੍ਰਭੂ ਦੇ ਮਿਲਾਪ ਦੇ, ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣਨ ਦੇ ਸਹਾਈ ਹੁੰਦੇ ਹਨ। ਬਾਣੀ ਦਾ ਪਾਠ ਕਰਨਾ ਜ਼ਰੂਰੀ ਹੈ, ਕਿਉਂਕਿ ਇਹੀ ਇੱਕ ਰਾਹ ਹੈ, ਇਹੀ ਇੱਕ ਢੰਗ ਹੈ ਜਿਹੜਾ परमात्मा ਦੇ ਨਾਲ ਸਾਡੀ ਨੇੜਤਾ ਬਣਾਉਂਦਾ ਹੈ, परमात्मा ਦੀ ਸਿਫਤ ਸਲਾਹ ਦੇ ਨਾਲ ਸਾਨੂੰ ਜੋੜਦਾ ਹੈ। ਪਰ ਜੇ ਪਾਠ ਕਰਨ ਦੇ ਵਿੱਚ ਸਾਡਾ ਮਨ ਨਹੀਂ ਜੁੜਿਆ ਹੋਇਆ, ਜੋ ਬਾਣੀ ਦੀ ਭਾਵਨਾ ਹੈ ਉਹ ਅਹਿਸਾਸ ਸਾਡੇ ਮਨ ਦੇ ਵਿੱਚ ਪੈਦਾ ਹੀ ਨਹੀਂ ਹੋ ਰਹੇ, ਮਨ ਦੇ ਵਿੱਚ ਹੋਰ ਫੁਰਨੇ ਨਾਲ ਪੈਰਲਲ ਚੱਲਦੇ ਜਾ ਰਹੇ ਹਨ, ਤਾਂ ਫਿਰ ਉਹ ਪਾਠ ਕੀਤਾ ਹੋਇਆ ਸਿਰਫ ਦਿਖਾਵੇ ਮਾਤਰ ਹੀ ਰਹਿ ਜਾਂਦਾ ਹੈ। ਪਰ ਇਹਦੇ ਉਲਟ ਜਿਹਦਾ ਮਨ परमात्मा ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ, ਜਿਹਦੇ ਅੰਦਰ ਪਿਆਰ ਦੀ ਭਾਵਨਾ ਹੈ, ਉਹ ਜਦੋਂ ਬਾਣੀ ਪੜ੍ਹੇਗਾ ਤਾਂ ਉਹਨੂੰ ਬਾਣੀ ਦੇ ਵਿੱਚੋਂ ਵੀ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ ਉਹਦੇ ਮਨ ਨੂੰ ਹੋਰ परमात्मा ਦੇ ਪਿਆਰ ਦੇ ਵਿੱਚ, ਉਹਦੇ ਮਨ ਦੇ ਵਿੱਚ परमात्मा ਦੇ ਪਿਆਰ ਨੂੰ ਹੋਰ ਪੱਕਾ ਕਰ ਦਿੰਦੇ। ਉਹਦਾ परमात्मा ਨਾਲ ਪਿਆਰ ਦਾ ਰਿਸ਼ਤਾ ਹੋਰ ਪੀਡਾ ਹੋ ਜਾਏਗਾ, ਹੋਰ ਪੱਕਾ ਹੋ ਜਾਏਗਾ। ਉਹ ਉਹੀ ਕਿਰਿਆ ਤਾਂ ਇੱਕੋ ਹੀ ਹੈ, ਕੰਮ ਪਾਠ ਕਰਨਾ ਹੀ ਹੈ, ਪਰ ਭਾਵਨਾ ਜਿਹੜੀ ਹੈ ਉਹ ਇੰਪੋਰਟੈਂਟ ਹੈ। ਜਿੱਥੇ ਪਿਆਰ ਦੀ ਭਾਵਨਾ ਹੈ ਉੱਥੇ ਉਹ ਪਾਠ ਕੀਤਾ ਹੋਇਆ परमात्मा ਦੇ ਨਾਲ ਨੇੜਤਾ ਔਰ ਉਹਦੀ ਬਖਸ਼ਿਸ਼ ਦਾ ਪਾਤਰ ਬਣਾਉਂਦਾ ਹੈ। ਤੇ ਜਿੱਥੇ ਪਿਆਰ परमात्मा ਦੇ ਨਾਲ ਹੋਣ ਦੀ ਬਜਾਏ
ਮਾਇਆ ਦਾ ਪਿਆਰ ਹੋਵੇ, ਪ੍ਰਭੂ ਨਾਲ ਪਿਆਰ ਦੀ ਭਾਵਨਾ ਨਾ ਹੋਵੇ, ਉੱਥੇ ਕੀਤਾ ਹੋਇਆ ਪਾਠ ਵੀ ਫਿਰ ਕੋਈ ਫਲਦਾਇਕ ਨਹੀਂ ਹੁੰਦਾ, ਸਗੋਂ ਦਿਖਾਵੇ ਮਾਤਰ ਸਿਰ ਵੀ ਕਰਮ ਕਾਂਡ ਬਣ ਕੇ ਹੀ ਰਹਿ ਜਾਂਦਾ ਹੈ, ਜਿਹਦਾ ਕੋਈ ਫਲ ਨਹੀਂ ਪ੍ਰਾਪਤ ਹੁੰਦਾ। ਉਹ ਇਸ ਸਾਵਣ ਦੇ ਮਹੀਨੇ ਦਾ ਮਾਹੌਲ ਦਾ ਜ਼ਿਕਰ ਕਰਦਿਆਂ ਹੋਇਆ ਗੁਰੂ ਪਾਤਸ਼ਾਹ ਜੋ ਹੈ ਮਨ ਨੂੰ ਪ੍ਰੇਰਨਾ ਕਰਦੇ ਹਨ ਕਿ ਇਸ ਸੁਹਾਵਣੀ ਰੁੱਤ ਦੇ ਵਿੱਚ ਬਰਸਾਤ ਦੇ ਵਿੱਚ ਬੱਦਲ ਵਰਸ ਰਹੇ ਹਨ, ਮਾਨੋ ਪਰਮਾਤਮਾ ਦੀ ਬਖਸ਼ਿਸ਼ ਦੀ ਕਿਰਪਾ ਹੋ ਰਹੀ ਹੈ, ਸਭ ਦੇ ਉੱਤੇ ਉਹਦੀ ਬਖਸ਼ਿਸ਼ ਹੋ ਰਹੀ ਹੈ। ਪਰ ਇਸ ਬਖਸ਼ਿਸ਼ ਦੀ ਬਰਸਾਤ ਦੇ ਵਿੱਚ ਵੀ ਸਾਰੇ ਜੀਵ ਸੁਖੀ ਨਹੀਂ ਹਨ, ਸਾਰੇ ਹੀ ਆਨੰਦ ਨਹੀਂ ਮਾਣਦੇ। ਜਿਨ੍ਹਾਂ ਦੇ ਹਿਰਦੇ ਵਿੱਚ ਉਹਦੀ ਯਾਦ ਹੈ ਉਹ ਤਾਂ ਮਿਲਾਪ ਦਾ ਆਨੰਦ ਮਾਣ ਰਹੇ ਹਨ, ਪਰ ਜਿਨ੍ਹਾਂ ਦੇ ਅੰਦਰ ਮਾਇਆ ਦੀ ਖਿੱਚ ਹੈ, ਮਾਇਆ ਦੀ ਪਕੜ ਹੈ, ਉਹਨਾਂ ਦੇ ਅੰਦਰੋਂ ਪ੍ਰਭੂ ਦੀ ਯਾਦ ਨਹੀਂ ਹੈ, ਉਹ ਮਿਸਿੰਗ ਹੈ, ਤੇ ਮਾਨੋ ਉਹਨਾਂ ਦਾ ਤਾਂ ਪਤੀ ਪ੍ਰਦੇਸ਼ ਵਿੱਚ ਹੈ, ਤੇ ਫਿਰ ਉਹਨਾਂ ਦੀ ਹਾਲਤ ਉਹੀ ਹੁੰਦੀ ਹੈ ਜੋ ਦੁਹਾਗਣਾ ਦੀ ਹੁੰਦੀ ਹੈ, ਜਿਨ੍ਹਾਂ ਦੇ ਪਤੀ ਪ੍ਰਦੇਸ਼ ਵਿੱਚ ਹਨ, ਉਹਨਾਂ ਨੂੰ ਤਾਂ ਫਿਰ ਸੁਹਾਵਣਾ ਮੌਸਮ ਜਿਹੜਾ ਹੈ ਉਹ ਵੀ ਦੁਖਦਾਈ ਲੱਗਦਾ ਹੈ। ਉਹ ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ, ਨਾਨਕ ਸਾਹ ਸੁਹਾਗਨ ਕੰਤੀ, ਫਿਰ ਕੈ ਅੰਕ ਸਮਾਵੇ। ਕੰਡੀਸ਼ਨ ਇਹੀ ਹੈ, ਫਿਰ ਕੈ ਅੰਕ ਸਮਾਵੇ। ਪਰਮਾਤਮਾ ਦੀ ਪਤੀ ਦੀ ਯਾਦ ਹਮੇਸ਼ਾ ਹਿਰਦੇ ਦੇ ਵਿੱਚ ਬਣੀ ਰਹੇ, ਉਹਦੇ ਵਾਸਤੇ ਪਿਆਰ ਦੀ ਭਾਵਨਾ ਮਨ ਦੇ ਵਿੱਚ ਬਣੀ ਰਹੇ, ਤਾਂ ਹੀ ਉਹ ਸੁਹਾਗਨ ਪਤੀ ਵਾਲੀ ਗਿਣੀ ਜਾ ਸਕਦੀ ਹੈ। ਇਹ ਜੀਵ ਇਸਤਰੀ ਵਾਸਤੇ ਵੀ ਗੱਲ ਲਾਗੂ ਹੁੰਦੀ ਹੈ ਅਤੇ ਦੁਨਿਆਵੀ ਇਸਤਰੀਆਂ ਵਾਸਤੇ ਵੀ ਲਾਗੂ ਹੁੰਦੀ ਹੈ ਕਿ ਜਿਨ੍ਹਾਂ ਦੇ ਪਤੀ ਦੇ ਨਾਲ ਪਿਆਰ ਦਾ ਸੰਬੰਧ ਹੁੰਦਾ ਹੈ, ਪਤੀ ਵੀ ਉਹਨਾਂ ਦੇ ਸਾਥ ਦੇ ਵਿੱਚ ਖੁਸ਼ ਰਹਿੰਦੇ ਹਨ। ਜਿਨ੍ਹਾਂ ਦੇ ਆਪਸ ਵਿੱਚ ਨਹੀਂ ਸੰਬੰਧ ਚੰਗੇ ਹੁੰਦੇ ਤਾਂ ਉਹਨਾਂ ਦੇ ਪਤੀ ਵੀ ਮੌਕਾ ਭਾਲਦੇ ਹਨ ਕਿ ਵੀ ਬਾਹਰ ਹੀ ਰਹੀਏ ਚੰਗਾ ਹੈ, ਜੇ ਘਰ 'ਚ ਕਲਹ ਕਲੇਸ਼ ਹੀ ਰਹਿਣਾ ਹੈ ਤੇ ਫਿਰ ਘਰ ਰਹਿ ਕੇ ਵੀ ਕੀ ਕਰਨਾ ਹੈ। ਉਹ ਦੁਨਿਆਵੀ ਤੌਰ ਦੇ ਉੱਤੇ ਵੀ ਔਰ ਪਰਮਾਰਥਕ ਅਰਥਾਂ ਦੇ ਵਿੱਚ ਵੀ ਹਿਰਦੇ ਦੇ ਅੰਦਰ ਪਿਆਰ ਦੀ ਭਾਵਨਾ ਜਿਹੜੀ ਹੈ ਉਹੀ ਸਾਥ ਨੂੰ ਪੱਕਾ ਕਰਦੀ ਹੈ, ਔਰ ਸਾਥ ਦੇ ਵਿੱਚ ਹੀ ਆਨੰਦ ਦਾ ਜਿਹੜਾ ਉਹ ਹੈ ਰਸ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਸਾਵਨ ਦੇ ਮਹੀਨੇ ਦੀ ਮਿਸਾਲ ਦੇ ਕੇ ਗੁਰੂ ਸਾਹਿਬ ਨੇ ਪ੍ਰਭੂ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਔਰ ਪ੍ਰਭੂ ਨਾਲ ਪਿਆਰ ਪਾਉਣ ਦੀ ਗੱਲ ਨੂੰ ਜੋ ਹੈ ਉਹ ਦ੍ਰਿੜ ਕਰਵਾਇਆ ਹੈ। ਅਗਲਾ ਮਹੀਨਾ ਜੋ ਹੈ ਫਿਰ ਭਾਦੋਂ ਦੀ ਗੱਲ ਹੁੰਦੀ ਹੈ, ਉਹ ਭਾਦੋਂ ਵਾਲੇ ਛੰਦ ਦੀ ਪਹਿਲਾਂ ਪਾਠ ਕਰ ਲੈਂਦੇ ਹਾਂ। ਭਾਦੋਂ ਭਰਮ ਭੁੱਲੀ, ਹਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ, ਬਰਸ ਰੁਤੇ ਰੰਗ ਮਾਣੀ, ਬਰਸੈ ਨਿਸ ਕਾਲੀ, ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿयो ਪ੍ਰਿयो ਚਵੈ ਬਬੀਹਾ ਬੋਲੇ, ਭੁਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਭਰ ਸੁਭਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ पूछ चलो गुर अपने, जहाँ प्रभ तह ही जाइए। ਭਾਦੋਂ ਭਰਮ ਭੁੱਲੀ, ਇਹ ਭਾਦੋਂ ਦੇ ਮਹੀਨੇ ਨੂੰ ਕਈਆਂ ਨੇ ਸੰਧੀ ਵਿਛੇਦ ਕਰਕੇ ਇਹਦਾ ਕੀਤਾ ਹੈ ਭਾਹ ਦੋ ਭਾਹ। ਇਸ ਮਹੀਨੇ ਦੇ ਅੰਦਰ ਦੋ ਭਾਹ, ਜਿਵੇਂ ਸਾਵਨ ਦਾ ਵੀ ਸੰਧੀ ਵਿਛੇਦ ਕੀਤਾ ਹੈ, ਸਾਵ ਤੇ ਵਨ, ਸਾਵਾ ਵਨ, ਜਦੋਂ ਵਨ ਸਾਵਾ ਹੋ ਜਾਂਦਾ ਹੈ, ਭਾਵ ਹਰਿਆਵਲਾ ਹੋ ਜਾਂਦਾ ਹੈ, ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ। ਵੈਸਾਖ ਦਾ ਵੀ ਕੀਤਾ ਵੇਸ ਸ਼ਾਖਾ, ਸ਼ਾਖਾਵਾਂ ਤੇ ਵੇਸ਼, ਉਹ ਵੀ ਉਸ ਵਿਸਾਖ ਦੇ ਮਹੀਨੇ ਦੇ ਅੰਦਰ ਵੀ ਸ਼ਾਖਾਵਾਂ ਦੇ ਉੱਤੇ ਹਰੇ ਹਰੇ ਪੱਤੇ ਜਿਹੜੇ ਹਨ ਉਹ ਨਜ਼ਰ ਆਉਂਦੇ ਹਨ। ਤਾਂ ਇਸ ਤਰੀਕੇ ਦੇ ਨਾਲ ਕਈਆਂ ਨੇ ਮਹੀਨਿਆਂ ਦੇ ਨਾਵਾਂ ਨੂੰ ਵੀ ਕੁਦਰਤ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਤੇ ਭਾਦੋਂ ਦਾ ਜੋੜ ਬਣਾਇਆ ਹੈ ਕਿ ਇਹਦੇ 'ਚ ਦੋ ਭਾਅ ਨੇ, ਦੋ ਰੰਗ ਨੇ। ਇਸ ਭਾਦੋਂ ਦੇ ਮਹੀਨੇ ਦੇ ਅੰਦਰ ਵੀ ਹੁਮਸ ਵੀ ਬੜੀ ਹੁੰਦੀ ਹੈ, ਬਰਸਾਤ ਦੇ ਕਰ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਜਦੋਂ ਬਰਸਾਤ ਹੁੰਦੀ ਹੈ ਉਦੋਂ ਤਾਂ ਮੌਸਮ ਚੰਗਾ ਹੋ ਜਾਂਦਾ ਹੈ, ਪਰ ਜਦੋਂ ਬਰਸਾਤ ਰੁਕੀ ਹੁੰਦੀ ਹੈ ਤਾਂ ਉਦੋਂ ਹਿਊਮਿਡਿਟੀ ਬਹੁਤ ਹੁੰਦੀ ਹੈ ਤੇ ਬੰਦੇ ਨੂੰ ਸਗੋਂ ਬਹੁਤ ਜ਼ਿਆਦਾ ਪਸੀਨੇ ਆਉਂਦੇ ਹਨ, ਔਰ ਬੜਾ ਔਖਾ ਜਿਹਾ ਇਨਟੋਲਰੇਬਲ ਜਿਹਾ ਮਾਹੌਲ ਬਣ ਜਾਂਦਾ ਹੈ। ਤਾਂ ਉਹਦੇ ਵਿੱਚ ਵੀ ਜੋ ਬਾਕੀ ਪਸ਼ੂ ਪੰਛੀਆਂ ਤੇ ਜਿਹੜੇ ਕੀੜੇ ਮਕੌੜਿਆਂ ਉੱਤੇ ਜੋ ਅਸਰ ਹੁੰਦੇ ਹਨ, ਉਹਨਾਂ ਦਾ ਵੀ ਕੁਝ ਜ਼ਿਕਰ ਇਸ ਛੰਦ 'ਚ ਗੁਰੂ ਸਾਹਿਬ ਨੇ ਕੀਤਾ ਹੈ। ਤਾਂ ਗੱਲ ਸ਼ੁਰੂ ਕਰਦੇ ਹਨ ਤੇ ਭਾਦੋਂ ਭਰਮ ਭੁੱਲੀ, ਭਰ ਜੋਬਨ ਪਛਤਾਣੀ। ਹੁਣ ਮਹੀਨਾ ਭਾਦੋਂ ਦਾ ਵੀ ਉਹੀ ਬਰਸਾਤ ਦਾ ਹੀ ਹੈ, ਪਰ
बरसात के अंदर जिवें साउन के महीने के अंदर जिहदे अंदर प्रभु की याद नहीं है, वो जीव इस्त्री दुखी ही रहिंदी है। इत्थे भी जिहड़ी विछड़ी हुई जीव इस्त्री है, पहला ਉਹਦੀ अवस्था की गुरु साहब गल कर रहे हैं कि जिन्ने जोबन दे विच भी अपने हंकार दा सदका पति परमेश्वर ਨੂੰ ਭੁਲਾਇਆ ਹੋਇਆ है, ਉਹਨੂੰ ਇਹ ਭਰਮ है कि जो मेरी जवानी है ये मतलब मेरे पास मेरी एक बहुत वड्डी कोई मेरी प्राप्ति है। बड़े लोगों ਨੂੰ अपनी जवानी ਦਾ अपने रूप ਦਾ ਜੋਬਨ ਦਾ ਮਾਣ ਹੁੰਦਾ है। इस जवानी की उम्र ਦੇ ਵਿੱਚ मुंडे कुड़ियां शीशे के सामने ही खड़े होकर बड़ा टाइम अपना लंघा देंगे हैं, अपने आप को देख देख के ही खुश होंगे रहते हैं। तो है तो ये परमात्मा की दात है, जो भी जवानी के अंदर बंदे नूं खूबसूरती मिलती है या होर समर्था मिलती है, जो ताकत मिलती है, ये सब है तो परमात्मा की दात ही। पर बंदा समझता है कि मेरी प्राप्ति है, मैं कुछ खास किया है जो मेरे मेरे इन्ने डोले बन गए हैं, या कुड़ी समझती है कि मेरे अंदर जो इन्ना सुहपन आया है ये मेरी कोई खूबी है। पर ये गल भुल जाती है कि ये सब कुछ समय के नाल और परमात्मा के बनाए हुए कुदरती नियमों के अधीन ये सब कुछ समय के नाल आंदा है और फिर चला भी जाता है। पर कईयां नूं भरम हो जाता है कि जवानी जिहड़ी है साडी कोई अपनी प्राप्ति है, असीं कोई खास चीज़ हाँ जिन्हां नूं जवानी आई है। तो पूरे जोबन के समय जिन्हां दे अंदर हंकार की ये भावना आ जाती है, वो इस भरम दे विच भुल जाते हैं कि भी मैं ही मैं हाँ, मैनूं होर किसी की कोई लोड़ है नहीं। तो उन्होंने फिर बाद जिहड़ा है वो पछताना पैंदा है, ते फिर क्योंकि पति का विछोड़ा उन्होंने सहारना पैंदा है। कईयां नूं ये सुहपन वालियां इस्त्रियां नूं ये भुलेखा हुंदा है कि मेरे च जिहड़ा सुहपन है ते पति किधरे मैनूं छड्ड के जाएगा कित्थे, जाना कित्थे है उन्हें, इन्नी सोहनी उहनूं होर मिलनी कित्थों है, तो मैनूं छड्ड के नहीं जाएगा। तो अपने सुहपन के मान दे विच ही ਉਹਦਾ बिहेवियर ਜਿਹੜਾ है वो ਘੁਟੰਗਾ हो जाता है, तो पति ਨੂੰ खुश करने चो नाकामयाब हो जाती है। और समाज के अंदर हर तरह के ਵਰਤਾਰੇ मिलते हैं। तो ऐसी इस्त्री जिहदा पति फिर छड्ड के चला जाए उन्होंने फिर बाद पछताना ही पैंदा है। तो गुरु साहब ने जो दुनियावी तौर के उत्ते जो कुछ समाज वापरता है उन्होंने चीज़ों दी मिसालां लैके गल जिहड़ी आ अल्टीमेटली सारी जीव आत्मा ते परमात्मा के संबंधां दी ही कीती है। तो इत्थे भी दुनियावी माहौल नूं वर्णन करके अगों जो मैसेज आएगा वो अल्टीमेटली आखिरी पंक्ति दे विच वही गल आएगी कि जहाँ प्रभु तां ही जाइए। सो शुरू करते हैं गल के भादों भरम भुली पर जोबन पछतानी, जल थल नीर भरे बरस रुते रंग माणी। ਤੇ ਵਰषा ਦੀ ਇਸ ਰੁੱਤ ਦੇ ਵਿੱਚ ਟੋਏ ਟਿੱਬੇ ਸਾਰੇ ਪਾਣੀ ਨਾਲ ਭਰ ਜਾਂਦੇ ਹਨ, ਸਾਰੇ ਪਾਸੇ ਪਾਣੀ ਹੀ ਪਾਣੀ ਹੁੰਦਾ ਹੈ ਔਰ ਦੁਨੀਆ ਇਹ ਸਭ ਨਜ਼ਾਰੇ ਦਾ ਰੰਗ ਮਾਣਦੀ ਹੈ, ਸਵਾਦ ਲੈਂਦੀ ਹੈ। ਪਰ ਜਿਹੜੀ ਆਪਣੇ ਹੀ ਹੰਕਾਰ ਦੇ ਵਿੱਚ ਜੋਬਨ ਦੇ ਹੰਕਾਰ ਦੇ ਵਿੱਚ ਜਿਹੜੀ ਮਸਤ ਹੋਈ ਇਸਤਰੀ ਹੈ, ਜਿਹਦਾ ਪਤੀ ਉਹਨੂੰ ਛੱਡ ਕੇ ਜਾ ਚੁੱਕਾ ਹੈ, ਉਹ ਇਸ ਸਭ ਕੁਝ ਦਾ ਸਵਾਦ ਮਾਣਨ ਦੇ ਵਿੱਚ ਰਹਿ ਜਾਂਦੀ ਹੈ, ਸਵਾਦ ਮਾਣਨ ਤੋਂ ਰਹਿ ਜਾਂਦੀ ਹੈ। ਉਹਨੂੰ ਅੰਦਰੋਂ ਕਸਕ ਹੀ ਰਹਿੰਦੀ ਹੈ ਕਿ ਪਤੀ ਕਿੱਥੇ ਚਲਾ ਗਿਆ, ਉਹ ਮੇਰੇ ਨਾਲ ਕਿਉਂ ਨਹੀਂ ਹੈ, ਬਾਕੀ ਸਾਰੀਆਂ ਬੈਠੀਆਂ ਹਨ ਤੇ ਮੈਂ ਇਕੱਲੀ। तो ये चीज़ उन्होंने ज़्यादा दुखदाई होती है। तो सारा माहौल खुशगवार है, पर वो जड़ी कली स्त्री रह गई है, वो अपने 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 आप ही अंदर ही दुखी हो रही है। सुहावना मौसम जड़ा है वो भी उन्होंने खुश करन दे विच कामयाब नहीं हो रहा। तो उन्होंने सगों जड़े हुण दुखी करने वाले माहौल के जड़े अंश ने वो ज़्यादा नज़र आते हैं। तो बरसै निस काली क्यों सुख बाली दादर मोर लवंते। हुण काली रात निस कहंदे ने रात नूं, तो काली रात दे विच जो बारिश पैंदी है ते रात नूं बरसात हुंदी है, तो उस इस्त्री नूं क्यों किवें सुख प्राप्त होवे। उहनूं तो बरसात दी जिहड़ी आवाज़ आंदी है वो भी उहदे कन्नां च आके ठा ठा वजदी है भी ये बरसात हो क्यों रही है। उहनूं कोई उहदे च सुख नहीं प्राप्त हुंदा। बाली दा अर्थ वही है जिहड़ी बाल उम्र वाली या जवान उम्र की इस्त्री जड़ी है। ते फिर दादर मोर लवंते,
ਫਿਰ ਉਸ ਮੌਕੇ ਦੇ ਉੱਤੇ ਡੱਡੂਆਂ ਦੀ ਤੇ ਮੋਰਾਂ ਦੀ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਹਨ। ਲਵੰਤੇ ਦਾ ਅਰਥ ਹੈ ਬੋਲਦੇ ਹਨ। ਦਾਦਰ ਕਹਿੰਦੇ ਹਨ ਡੱਡੂ ਨੂੰ। ਡੱਡੂ ਤੇ ਮੋਰ ਉਸ ਬਰਸਾਤ ਦੇ ਮੌਸਮ ਵਿੱਚ ਬੋਲਦੇ ਹਨ। ਪਰ ਇਹ ਆਮ ਇਨਸਾਨਾਂ ਨੂੰ ਡੱਡੂਆਂ ਤੇ ਮੋਰਾਂ ਦੇ ਬੋਲਣ ਦੀ ਆਵਾਜ਼ ਜਿਹੜੀ ਹੈ ਬਰਸਾਤ ਦੇ ਮੌਸਮ ਦਾ ਅਹਿਸਾਸ ਕਰਾਉਂਦੀ ਹੈ। ਉਹਨਾਂ ਦੇ ਮਨ ਦੇ ਵਿੱਚ ਚੰਗੇ ਖੁਸ਼ਗਵਾਰ ਮੌਸਮ ਦੀ ਯਾਦ ਲਿਆਉਂਦੀ ਹੈ। ਤੇ ਉਸ ਇਸਤਰੀ ਨੂੰ ਜਿਹੜੀ ਇਕੱਲੀ ਹੈ ਉਹਨੂੰ ਇਹ ਆਵਾਜ਼ਾਂ ਵੀ ਜਿਹੜੀਆਂ ਹਨ ਮਨ ਦੇ ਵਿੱਚ ਉਹ ਜਿਹੜੀਆਂ ਹਨ ਉਹਨੂੰ ਇਹ ਆਵਾਜ਼ਾਂ ਵੀ ਚੰਗੀਆਂ ਨਹੀਂ ਲੱਗਦੀਆਂ, ਉਹ ਵੀ ਆ ਕੇ ਚੁੱਭਦੀਆਂ ਹਨ। ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਭਯੰਗਮ ਫਿਰੈ ਡਸੰਤੇ। ਹੁਣ ਬਬੀਹਾ ਜਿਹੜਾ ਹੈ ਉਹ ਪ੍ਰਿਓ ਪ੍ਰਿਓ ਬੋਲਦਾ ਹੈ, ਪਰ ਜਿਹੜੀ ਪਤੀ ਤੋਂ ਵਿਛੜੀ ਹੋਈ ਇਸਤਰੀ ਹੈ ਉਹਨੂੰ ਇਹ ਸਭ ਆਵਾਜ਼ਾਂ ਵੀ ਐਵੇਂ ਲੱਗਦੀਆਂ ਹਨ ਜਿਵੇਂ ਉਹਨੂੰ ਸੱਪ ਡਸ ਰਹੇ ਹਨ। ਭਾਦੋਂ ਦੇ ਮਹੀਨੇ ਦੇ ਵਿੱਚ ਵੈਸੇ ਸੱਪ ਵੀ ਬਾਹਰ ਕਾਫੀ ਨਿਕਲ ਆਉਂਦੇ ਹਨ, ਪਰ ਸੱਪ ਭਾਵੇਂ ਘਰ ਦੇ ਵਿੱਚ ਨਾ ਵੀ ਆਇਆ ਵੜਿਆ ਹੋਵੇ, ਪਰ ਜਿਹੜੀ ਇਸਤਰੀ ਸੇਜ ਦੇ ਉੱਤੇ ਇਕੱਲੀ ਬੈਠੀ ਪਰੇਸ਼ਾਨ ਹੋ ਰਹੀ ਹੈ, ਆਪਣੇ ਆਪ ਨੂੰ ਕੋਸ ਰਹੀ ਹੈ, ਉਹਨੂੰ ਇਹ ਡੱਡੂਆਂ ਦੇ ਮੋਰ ਦੀ ਆਵਾਜ਼ ਤੇ ਬਬੀਏ ਦੀ ਆਵਾਜ਼ ਜਿਹੜੀ ਹੈ ਉਹ ਵੀ ਸੱਪ ਦੇ ਡਸਣ ਵਰਗੀ ਲੱਗਦੀ ਹੈ। ਉਹਨੂੰ ਇਹ ਚੀਜ਼ਾਂ ਵੀ ਦੁਖੀ ਕਰਦੀਆਂ ਹਨ। ਜਿਸ ਤਰੀਕੇ ਦੀ ਮਨ ਦੀ ਅਵਸਥਾ ਹੋਵੇ, ਬੰਦੇ ਦੇ ਮਨ ਦੇ ਅੰਦਰ ਖਿਆਲ ਵੀ ਉਹ ਜਿਹੇ ਪੈਦਾ ਹੁੰਦੇ ਹਨ, ਤੇ ਜੋ ਕੁਦਰਤੀ ਵਰਤਾਰੇ ਹਨ, ਜੋ ਕੁਦਰਤੀ ਇਵੈਂਟ ਹੁੰਦੇ ਹਨ, ਉਹਨਾਂ ਦੀ ਇੰਟਰਪ੍ਰੀਟੇਸ਼ਨ ਵੀ ਉਹਦੇ ਮੁਤਾਬਕ ਹੀ ਬਦਲ ਜਾਂਦੀ ਹੈ। ਜਿਹੜੇ ਮਿਲਾਪ ਦੀ ਅਵਸਥਾ ਦੇ ਵਿੱਚ ਹਨ ਉਹਨਾਂ ਨੂੰ ਮੌਸਮ ਦੇ ਵਿੱਚ ਵੀ ਬੱਦਲ ਵੀ ਚੰਗੇ ਲੱਗਦੇ ਹਨ, ਬਿਜਲੀ ਚਮਕਦੀ ਵੀ ਚੰਗੀ ਲੱਗਦੀ ਹੈ। ਉਹਨਾਂ ਨੂੰ ਇਹ ਡੱਡੂਆਂ ਤੇ ਮੋਰਾਂ ਦੀ ਆਵਾਜ਼ਾਂ ਵੀ ਪਿਆਰੀਆਂ ਲੱਗਦੀਆਂ ਹਨ। ਬਬੀਏ ਦੀ ਆਵਾਜ਼ 'ਚ ਪ੍ਰਿਓ ਪ੍ਰਿਓ ਉਹਨਾਂ ਨੂੰ ਸੁਣਾਈ ਦਿੰਦਾ ਹੈ, ਜੋ ਉਹਨਾਂ ਨੂੰ ਪਿਆਰ ਦੀ ਯਾਦ ਦਿਵਾਉਂਦਾ ਹੈ। ਪਰ ਜਿਹੜੀ ਵਿਛੜੀ ਹੋਈ ਹੈ ਉਹਨੂੰ ਇਹ ਸੱਪ ਡਸਣ ਵਾਕਣ ਲੱਗਦਾ ਹੈ। तो इसे तरह ही ਅੱਗੇ ਫਿਰ ਹੋਰ ਵਧਦੇ ਹੋਇਆ ਗੁਰੂ ਸਾਹਿਬ ਕਹਿੰਦੇ ਹਨ ਮੱਛਰ ਡੰਗ ਸਾਇਰ ਭਰ ਭਰ ਬਿਨ ਹਰ ਕਿਉਂ ਸੁਖ ਪਾਈਆ। ਇਸ ਭਾਦਵੇਂ ਦੇ ਮੌਸਮ ਦੇ ਅੰਦਰ ਮੱਛਰ ਵੀ ਹੁੰਦੇ ਹਨ, ਪਰ ਜਿਹੜੇ ਪਿਆਰ ਦੇ ਰੰਗ ਵਿੱਚ ਮਸਤ ਹੋਏ ਹੁੰਦੇ ਹਨ ਉਹ ਮੱਛਰਾਂ ਦੀ ਹੋਂਦ ਦੇ ਅੰਦਰ ਵੀ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦੇ ਹਨ। ਉਹਨਾਂ ਨੂੰ ਉਹ ਤੰਗ ਨਹੀਂ ਕਰਦੇ। ਪਰ ਜਿਹੜੀ ਇਕੱਲੀ ਪਈ ਹੋਈ ਇਸਤਰੀ ਹੈ ਉਹਨੂੰ ਮੱਛਰ ਵੀ ਡੰਗ ਮਾਰਦੇ ਹਨ ਤੇ ਉਹ ਦੁਖੀ ਹੁੰਦੀ ਹੈ, ਤੜਪਦੀ ਹੈ। ਸਾਰੇ ਤਲਾਬ ਸਰੋਵਰ ਆਦਿ ਪਾਣੀ ਦੇ ਨਾਲ ਭਰੇ ਹੋਏ ਹਨ, ਲਕਾਨਕ ਭਰੇ ਹੁੰਦੇ ਹਨ, ਪਰ ਉਸ ਇਸਤਰੀ ਨੂੰ ਇਹਨਾਂ ਵਿੱਚੋਂ ਵੀ ਕੋਈ ਸਵਾਦ ਕੋਈ ਸੁੱਖ ਨਹੀਂ ਪ੍ਰਾਪਤ ਹੁੰਦਾ। ਤਾਂ ਬਿਨ ਹਰ ਕਿਉਂ ਸੁੱਖ ਪਾਈਏ, ਕਿਵੇਂ ਸੁੱਖ ਪਾ ਸਕਦੀ ਹੈ ਉਹ। तो ये सारी डिस्क्रिप्शन जी दे के ये सारी गुरु साहब ने सिर्फ कंपेयर किया है कि जो भादों के महीने के अंदर जो कुदरती माहौल है वो सारे वास्ते कॉमन है, सेम है, पर जड़ियां इस्त्रियां पति के मिलाप के विच हन उन्होंने इन्हां विचों भी स्वाद मिलता है, इन्हां विचों भी रस मिलता है, वो इहदा रंग माणदियां हन। पर जिहड़ी पति तो विछड़ी हुई इस्त्री है उन्होंने ये सारिया कुदरती चीज़ों के विचों भी तकलीफ ही मिलती है। उन्होंने इउं महसूस होंदा है जिवें मच्छर डंग मार रहे हैं ते सप डस रहे हैं। उन्होंने किसी चीज़ चों भी स्वाद या रस प्राप्त नहीं होंदा। मच्छर डंग सायर पर सुपर, सुपर का मतलब है नक्को नक भरे हुए, सायर तालाब बिन हर क्यों सुख पाइए, किवें वो सुख पा सकती है। तो अल्टीमेटली इलाज की है इसका, किवें उन्होंने उसनूं किवें सुख मिले, इसका सल्यूशन भी गुरु साहब ने आखिरी पंक्ति फिर बयान कर दिता है। नानक पूछ चलो गुर अपने जय प्रभ तै ही जाइए। कि ਇਹਦਾ ਇਲਾਜ ਇਹੋ ਹੀ ਹੈ ਕਿ ਆਪਣੇ ਗੁਰੂ ਤੋਂ ਸਹੀ ਜੀਵਨ ਦੀ ਜਾਂਚ ਪੁੱਛ ਲਵਾਂ ਤੇ ਉਹਦੇ ਮੁਤਾਬਕ ਜਿਵੇਂ ਗੁਰੂ ਆਖੇ ਤਿਵੇਂ ਹੀ ਕਰਨਾ ਚਾਹੀਦਾ, ਜਿੱਥੇ ਆਖੇ ਉੱਥੇ ਹੀ ਜਾਣਾ ਹੈ। पूछ चलो गुर अपने, मैं उस मार्ग ਤੇ ਚੱਲਾਂ ਜਿਹੜੇ ਮਾਰਗ ਤੇ ਚੱਲਣ ਵਾਸਤੇ ਗੁਰੂ ਆਖੇ। ਭਾਵ ਕੀ ਹੈ ਕਿ ਜੋ ਜੀਵਨ ਦੀ ਚਾਲ जो जीवन की जांच गुरु सिखाए ਉਹਦੇ मुताबिक ही जीवन चलाना चाहिए है, ਤਾਂ ही मंजिल प्राप्त हो सकती है ਤੇ पति नाल मिलाप मुमकिन हो सकता है। तो विछड़ी हुई जीव आत्मा जिहड़ी है प्रभु परमात्मा के नाल मिलाप हासिल कर सकती है जे गुरु की दसी हुई सिक्ख्या ਨੂੰ अपना लवे। तो संखेप ਵਿੱਚ गुरु साहब ने यह गल बयान कर दी है कि पूछ चलो गुर अपने जहाँ प्रभ ता ही जाइए। कि गुरु कोलों पुछ लवां ਤੇ ਜਿੱਥੇ ਪ੍ਰਮਾਤਮਾ ਹੈ ਉੱਥੇ ਜਾ ਕੇ ਮੈਂ ਪਹੁੰਚ ਸਕਦੀ ਹਾਂ, ਮੰਜ਼ਿਲ ਮੈਨੂੰ ਮਿਲ ਸਕਦੀ ਹੈ, ਮੇਰਾ ਪ੍ਰਭੂ ਪਤੀ ਨਾਲ ਮਿਲਾਪ ਹੋ ਸਕਦਾ ਹੈ, ਵਿਛੋੜੇ ਦਾ ਦੁੱਖ ਆਪਣੇ ਆਪ ਹੀ ਖਤਮ ਹੋ ਜਾਏਗਾ। तो ਇਹ ਸਭ ਕੁਝ ਮੁਮਕਿਨ ਹੈ ਗੁਰੂ ਦੀ ਸਿੱਖਿਆ ਨੂੰ ਅਪਣਾਉਣਾ। तो जिन्ने भी फिर भादों ਦੇ ਮਹੀਨੇ ਦੀਆਂ ਤਕਲੀਫਾਂ ਮਨ ਦੇ ਦੁੱਖ ਨੇ
ਉਹ ਸਾਰੇ ਖਤਮ ਹੋ ਜਾਣਗੇ, ਪ੍ਰਭੂ ਨਾਲ ਮਿਲਾਪ ਦੀ ਅਵਸਥਾ ਪ੍ਰਾਪਤ ਹੋ ਜਾਏਗੀ, ਜੇ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਲਿਆ ਜਾਵੇ। ਤਾਂ ਭਾਦਵੇਂ ਦੇ ਮਹੀਨੇ ਦਾ ਵੀ ਉਪਦੇਸ਼ ਇਹੀ ਹੈ ਕਿ ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਜਾਵੇ, ਉਸ ਗੁਰੂ ਦੇ ਉਪਦੇਸ਼ ਦੇ ਅਨੁਸਾਰ ਜੀਵਨ ਨੂੰ ਢਾਲ ਲਿਆ ਜਾਵੇ, ਤੇ ਪ੍ਰਭੂ ਪਰਮਾਤਮਾ ਦਾ ਮਿਲਾਪ ਜਿਹੜਾ ਹੈ ਉਹ ਮੁਮਕਿਨ ਹੋ ਸਕਦਾ ਹੈ। ਇਤਨਾ ਹੀ ਵਚਨ ਪ੍ਰਵਾਨ ਕਰਨੇ ਜੀ। ਵਿਚਾਰ ਕਰਦਿਆਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਦੀ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ